ਅਨਫੋਰਚੂਨੇਟਲੀ ਜਿਹੜਾ ਮੇਰੇ ਕਲਾਇੰਟ ਦਾ ਬੇਟਾ ਸੀ ਰਿਸ਼ਭ ਸਹਿਗਲ, ਉਹਨਾਂ ਦਾ ਉੱਥੇ ਅਮਰੀਕਾ ਦੇ ਵਿੱਚ ਪਾਸਪੋਰਟ ਜਿਹੜਾ ਹੈਗਾ ਸੀ ਉਹ ਮਿਸਪਲੇਸ ਹੋ ਗਿਆ ਐਂਡ ਦੈਨ ਦੇ ਗੇਵ ਅ ਰਿਕੁਐਸਟ ਟੂ ਦਾ ਇਤਿਹਾਦ 에ਅਰਲਾਈਨਸ ਫਲਾਈਟ ਹੈ ਡਿਊ ਟੂ ਦੈਟ ਰੀਜ਼ਨ ਕਿ ਮੇਰਾ ਪਾਸਪੋਰਟ ਮਿਸਪਲੇਸ ਹੋ ਗਿਆ, ਤੁਸੀਂ ਰੀਸ਼ੈਡਿਊਲ ਕਰ ਦਿਓ। ਪਹਿਲਾ ਪੁਆਇੰਟ ਇੱਕ ਨੋਟ ਕਰੋ, ਜਿਹੜਾ ਵਕੀਲ ਸਾਹਿਬ ਨੇ ਗੱਲ ਦੱਸੀ ਹੈ, 에ਅਰਲਾਈਨ ਦੀ ਟਿਕਟ ਤੁਸੀਂ ਅਗਰ ਬਾਹਰੋਂ ਕਰਾਉਂਦੇ ਹੋ ਕਿਸੇ ਵੀ ਇੱਕ ਟਰੈਵਲ ਏਜੰਟ, ਉਹਨਾਂ ਦੇ ਆਥੋਰਾਈਜ਼ ਏਜੰਟ ਦੇ ਕੋਲੋਂ, ਤੇ ਤੁਹਾਡੀ ਗੱਲ ਕੋਈ ਪਰੇਸ਼ਾਨੀ ਆਉਂਦੀ ਹੈ ਤੇ 에ਅਰਲਾਈਨ ਸਿੱਧਾ ਤੁਹਾਨੂੰ ਇਹ ਕਹਿ ਸਕਦੀ ਹੈ ਵੀ ਕਿਉਂਕਿ ਤੁਸੀਂ ਜਿੱਥੋਂ ਟਿਕਟ ਬੁੱਕ ਕਰਾਈ ਸੀ ਉੱਥੇ ਗੱਲ ਕਰੋ, ਸਾਡਾ ਇਹਦੇ ਨਾਲ ਸਿੱਧੇ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕੋਲ ਇਹ ਰਾਈਟ ਹੈਗਾ ਕਿ ਤੁਸੀਂ ਯੂ ਕੈਨ ਅਪਰੋਚ ਦਾ ਕੰਜ਼ਿਊਮਰ ਕੋਰਟ ਇਨ ਦਿਸ ਰਿਗਾਰਡ। ਜਦੋਂ ਪ੍ਰੋਫਿਟ ਆ ਰਿਹਾ ਹੈ ਉਸ ਲਈ ਅਸੀਂ ਕੰਪਨੀ ਤੇ 에ਅਰਲਾਈਨ ਦੋਨੋਂ ਇਕੱਠੇ ਆ, ਜਦੋਂ ਕਿ ਕਲਾਇੰਟ ਦੀ ਕੋਈ ਪਰੇਸ਼ਾਨੀ ਦਾ ਆ ਜਾਏ, ਜਦੋਂ ਪੈਸੇ ਵਾਪਸ ਕਰਨ ਦੀ ਗੱਲ ਆ ਜਾਏ, ਇੱਕ ਦੂਜੇ ਤੇ ਗੱਲ ਸੁੱਟੀ ਜਾਓ। ਕੋਈ ਸਮਾਂ ਸੀਗਾ ਜਦੋਂ ਅਸੀਂ ਸੋਚਦੇ ਸੀ ਵੀ ਅਗਰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਹੈ ਤੇ ਕਿਸ ਤਰ੍ਹਾਂ ਜਾਵਾਂਗੇ। ਸ਼ਾਇਦ ਇੱਕ ਜਿਹੜਾ ਪਾਣੀ ਦੇ ਜਹਾਜ਼ ਵਾਲਾ ਹੀ ਇੱਕ ਮਾਧਿਅਮ ਇਹੋ ਜਿਹਾ ਸੀਗਾ ਜਿਹੜਾ ਬਹੁਤ ਜ਼ਿਆਦਾ ਪ੍ਰਚਲਿਤ ਸੀਗਾ। ਵਿਗਿਆਨ ਨੇ ਤਰੱਕੀ ਕੀਤੀ ਤੇ ਫਿਰ ਹਵਾਈ ਸਫ਼ਰ ਜਿਹੜਾ ਸੰਭਵ ਹੋਇਆ, ਪਰ ਕਾਫੀ ਲੰਬੇ ਸਮੇਂ ਤੱਕ ਹਵਾਈ ਸਫ਼ਰ ਜਿਹੜਾ ਇੱਕ ਲਗਜ਼ਰੀ ਗਿਣਿਆ ਜਾਂਦਾ ਰਿਹਾ। ਪਰ ਹੁਣ ਜੇ ਗੱਲ ਕਰੀਏ ਮੌਜੂਦਾ ਸਮੇਂ ਦੀ, ਤੇ ਹਵਾਈ ਸਫ਼ਰ ਹੁਣ ਲਗਜ਼ਰੀ ਨਾ ਰਹਿ ਕੇ ਇੱਕ ਆਮ ਜਨ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕਾ ਹੈ। ਵਿਦੇਸ਼ਾਂ ਵਿੱਚ ਪੜ੍ਹਨ ਜਾਣ ਵਾਲੇ ਬੱਚੇ ਹੋਣ, ਜਿਹੜੇ ਕੋਈ ਵੱਡੇ ਬਿਜ਼ਨਸਮੈਨ ਹੋਣ, ਜਾਂ ਜਿਹੜੇ ਕੋਈ ਨਾਰਮਲ ਘੁੰਮਣ ਫਿਰਨ ਲਈ ਵੀ ਅਗਰ ਪਰਿਵਾਰ ਜਾਂਦੇ ਨੇ, ਤੇ ਉਹਨਾਂ ਵਾਸਤੇ ਹਵਾਈ ਸਫ਼ਰ ਜਿਹੜਾ ਹੈਗਾ ਇੱਕ ਮਾਤਰ ਇੱਕ ਜਿਹੜਾ ਵਿਕਲਪ ਇਸ ਵੇਲੇ ਜਿਹੜਾ ਵਧੀਆ ਔਰ ਜਲਦੀ ਵਾਲਾ ਇੱਕ ਵਿਕਲਪ ਉਪਲਬਧ ਹੈ। ਕੋਵਿਡ ਦੇ ਦੌਰਾਨ ਪੂਰੇ ਵਰਲਡ ਦੇ ਵਿੱਚ ਹਵਾਈ ਸਫ਼ਰ ਬੜੀ ਬੁਰੀ ਤਰ੍ਹਾਂ ਬਾਧਿਤ ਹੋਇਆ, ਔਰ ਅਗਰ ਹੁਣ ਦੀ ਗੱਲ ਕਰੀਏ ਤੇ ਜਿਹੜੇ ਫੇਅਰਸ ਨੇ ਇਹਦੇ ਯਾਨੀ ਪ੍ਰਾਈਸਿਸ ਨੇ 에ਅਰ ਟਿਕਟਸ ਦੇ, ਉਹ 2 ਤੋਂ 2.5 ਗੁਣਾ ਤੱਕ ਵੱਧ ਚੁੱਕੇ ਨੇ ਅਗਰ ਪਿਛਲਾ ਸਮੇਂ ਆਪਾਂ ਗੱਲ ਕਰੀਏ ਤੇ। 에ਅਰਲਾਈਨਸ ਔਰ ਜਿਹੜੀਆਂ ਟਰੈਵਲ ਕੰਪਨੀਜ਼ ਹੈਗੀਆਂ, ਜਿਹੜੀਆਂ ਕਿ ਆਪਾਂ ਗੱਲ ਕਰੀਏ ਆਨਲਾਈਨ, ਜਿਸ ਤਰ੍ਹਾਂ ਸਾਡੇ ਕੋਲ ਕਈ ਤਰ੍ਹਾਂ ਦੇ ਹੋਟਲਸ ਉਪਲਬਧ ਹੈਗੇ ਨੇ, ਆਨਲਾਈਨ ਅਸੀਂ ਆਪਣੀ 에ਅਰ ਟਿਕਟ ਬੁੱਕ ਕਰਾ ਸਕਦੇ ਹਾਂ, ਔਰ ਬਹੁਤ ਸਾਰੀ 에ਅਰਲਾਈਨਸ ਦੇ ਨਾਲ ਉਹਨਾਂ ਦਾ ਕੰਟੈਕਟ ਹੁੰਦਾ ਹੈਗਾ। ਉਹਨਾਂ ਦੇ ਵਿੱਚ ਵੀ ਅਗਰ ਜਦ ਅਸੀਂ ਟਿਕਟ ਬੁੱਕ ਕਰਾਉਂਦੇ ਹਾਂ ਤੇ ਸਾਨੂੰ ਕਈ ਵਾਰੀ ਕੁਝ ਇੱਦਾਂ ਦੀਆਂ ਪ੍ਰੋਬਲਮਸ ਫੇਸ ਹੁੰਦੀਆਂ ਜਿਹੜੀਆਂ ਕਿ ਆਮ ਜਨਤਾ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਗਰ ਮੈਂ ਇੱਕ ਟਿਕਟ ਬੁੱਕ ਕਰਾ ਲਈ ਹੈ ਤੇ ਮੇਰੇ ਨਾਲ ਕੀ ਬੀਤ ਸਕਦਾ ਉਸ ਤੋਂ ਬਾਅਦ। ਦੋਸਤੋ, ਇੱਕ ਬਹੁਤ ਵੱਡੀ 에ਅਰਲਾਈਨ ਹੈ ਇਤਿਹਾਦ 에ਅਰਵੇਜ਼, UAE ਦੀ 에ਅਰਲਾਈਨ ਹੈਗੀ ਹੈ, ਔਰ ਇੱਕ ਇੰਡੀਆ ਦੀ ਇੱਕ ਬਹੁਤ ਵੱਡੀ ਕੰਪਨੀ ਹੈ ਆਨਲਾਈਨ 에ਅਰ ਟਿਕਟਿੰਗ ਵਾਸਤੇ। ਨਾ ਇਕੱਲੀ 에ਅਰ ਟਿਕਟਿੰਗ 'ਚ ਬਲਕਿ ਹੋਰ ਵੀ ਬੱਸ, ਰੇਲਵੇ ਟਿਕਟਾਂ 'ਚ ਜਿਹੜਾ ਉਹਨਾਂ ਦਾ ਆਉਂਦਾ ਯਾਤਰਾ ਆਨਲਾਈਨ, ਜਿਹੜੀ ਕਿ ਕਾਫੀ ਵੱਡਾ ਬ੍ਰਾਂਡ ਗਿਣਿਆ ਜਾਂਦਾ ਹੈ। ਇਹਨਾਂ ਦੋਨੋਂ ਕੰਪਨੀਆਂ ਦੇ ਖਿਲਾਫ ਕੰਜ਼ਿਊਮਰ ਕੋਰਟ ਦੇ ਵਿੱਚ ਇੱਕ ਕੇਸ ਹੋਇਆ, ਕਾਫੀ ਦੇਰ ਉਹ ਕੇਸ ਚੱਲਿਆ, ਔਰ ਉਸ ਕੇਸ ਚੱਲਣ ਦੇ ਬਾਅਦ ਦੋਨਾਂ ਕੰਪਨੀਆਂ ਨੂੰ ਅਨਫੇਅਰ ਟ੍ਰੇਡ ਪ੍ਰੈਕਟਿਸ ਕਰਨ ਦਾ ਦੋਸ਼ੀ ਪਾਏ ਜਾਣ ਦੇ ਬਾਅਦ ਇਹਨਾਂ ਨੂੰ ਜੁਰਮਾਨਾ ਵੀ ਲਾਇਆ ਗਿਆ। ਇਹ ਕੇਸ ਕੀ ਸੀ, ਕਿਉਂ ਕੀਤਾ ਗਿਆ, ਕਿੰਨਾ ਜੁਰਮਾਨਾ ਲੱਗਿਆ ਤੇ ਕਿਉਂ ਲੱਗਿਆ, ਇਹ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਅੱਜ ਸਾਡੇ ਸਟੂਡੀਓ 'ਚ ਜਲੰਧਰ ਦੇ ਸੀਨੀਅਰ ਐਡਵੋਕੇਟ ਅਨੁਜ ਮਹਿਤਾ ਜੀ ਮੌਜੂਦ ਨੇ। ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਵੀ ਇੱਕ ਨਾਰਮਲ ਜਿਹੜੀ ਆਪਾਂ ਗੱਲ ਕਰਦੇ ਹਾਂ 에ਅਰ ਟਿਕਟ ਦੀ, ਉਹ ਕਿਸੇ ਵੇਲੇ 에ਅਰ ਟਿਕਟ ਲੈਣਾ ਜਿਹੜਾ ਸਾਡੇ ਲਈ ਕਿੰਨਾ ਬੁਰਾ ਸੁਪਨਾ ਜਿਹੜਾ ਸਾਬਤ ਹੋ ਸਕਦਾ, ਉਹ ਕਿਸ ਤਰ੍ਹਾਂ ਹੋਇਆ, ਕਿਹਦੇ ਨਾਲ ਹੋਇਆ, ਇਹਦੇ ਬਾਰੇ ਅੱਜ ਸਾਰੀ ਜਾਣਕਾਰੀ ਲਵਾਂਗੇ। ਅਨੁਜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ 'ਚ। ਨਮਸਕਾਰ ਜੀ। ਅਨੁਜ ਜੀ, ਪਹਿਲੇ ਤਾਂ ਇਹ ਦੱਸੋ ਵੀ ਇਹ ਮਾਮਲਾ ਕੀ ਸੀ, ਇਹ ਕੇਸ ਜਿਹੜਾ ਕਿ ਯਾਤਰਾ ਆਨਲਾਈਨ ਪ੍ਰਾਈਵੇਟ ਲਿਮਿਟਿਡ ਔਰ ਇਤਿਹਾਦ 에ਅਰਵੇਜ਼ 에ਅਰਲਾਈਨਸ ਦੇ ਖਿਲਾਫ ਜਿਹੜਾ ਤੁਸੀਂ ਲੜਿਆ ਕੰਜ਼ਿਊਮਰ ਕੋਰਟ ਜਲੰਧਰ ਦੇ ਵਿੱਚ, ਉਹ ਮਾਮਲਾ ਕੀ ਸੀ? ਮਾਮਲਾ ਅਮਿਤ ਜੀ ਇਦਾਂ ਸੀਗਾ ਕਿ ਮੇਰੇ ਕਲਾਇੰਟ ਹੈਗੇ ਮਿਸਟਰ ਸਮੀਰ ਸਹਿਗਲ ਜੀ, ਉਹਨਾਂ ਦਾ ਬੇਟਾ ਰਿਸ਼ਭ ਸਹਿਗਲ ਉਹ USA ਵਿੱਚ ਸਟੱਡੀ ਕਰਦਾ ਸੀਗਾ ਜੀ, ਤੇ ਉਹਨਾਂ ਨੇ ਮੇਰੇ ਕਲਾਇੰਟ ਸ਼੍ਰੀ ਸਮੀਰ ਸਹਿਗਲ ਜੀ ਨੇ ਇੱਕ ਟਿਕਟ, ਰਿਟਰਨ ਟਿਕਟ ਇਤਿਹਾਦ 에ਅਰਲਾਈਨਸ ਦੀ ਆਨਲਾਈਨ ਪੋਰਟਲ ਵੈਬ ਯਾਤਰਾ ਆਨਲਾਈਨ ਤੋਂ ਪਰਚੇਜ਼ ਕੀਤੀ ਜੀ। ਦੈਟ ਟਿਕਟ ਵਾਸ ਪਰਚੇਜ਼ ਰਿਟਰਨ ਬਾਈ ਹਿਮ, ਕਿ ਉਹ ਕੀਤੀ ਉਹਨਾਂ ਨੇ 14/5/2019 ਦੀ ਫਲਾਈਟ ਸੀਗੀ, ਉਹਨਾਂ ਦੇ ਵਾਸਤੇ ਉਹਨਾਂ ਨੇ ਰਿਟਰਨ ਟਿਕਟ ਬੁੱਕ ਕਰਾਈ ਅਮਰੀਕਾ ਤੋਂ ਸ਼ਿਕਾਗੋ ਟੂ ਨਿਊ ਦਿੱਲੀ, ਐਂਡ ਦੈਨ ਰਿਟਰਨ ਵਾਸ ਨਿਊ ਦਿੱਲੀ ਟੂ ਸ਼ਿਕਾਗੋ ਰਿਟਰਨ ਜੀ 2019 ਹੋਇਆ ਕਿ ਅਨਫੋਰਚੂਨੇਟਲੀ ਜਦੋਂ ਉਹਨਾਂ ਦੀ ਫਲਾਈਟ ਸੀਗੀ ਜਸਟ 2-3 ਡੇਜ਼ ਬਿਫੋਰ ਦੈਟ ਫਲਾਈਟ, ਉਹਨਾਂ ਦਾ ਜਿਹੜਾ ਮੇਰੇ ਕਲਾਇੰਟ ਦਾ ਬੇਟਾ ਸੀ ਰਿਸ਼ਭ ਸਹਿਗਲ, ਉਹਨਾਂ ਦਾ ਉੱਥੇ ਅਮਰੀਕਾ ਦੇ ਵਿੱਚ ਪਾਸਪੋਰਟ ਜਿਹੜਾ ਹੈਗਾ ਸੀ ਉਹ ਮਿਸਪਲੇਸ ਹੋ ਗਿਆ। ਓਕੇ, ਉਹਨਾਂ ਨੇ ਇਮੀਡੀਏਟਲੀ ਉਹਦੀ ਰਿਪੋਰਟ ਪੁਲਿਸ ਦੇ ਵਿੱਚ ਉੱਥੇ ਕਰਵਾਈ, ਐਂਡ ਦੈਨ ਦੇ ਗੇਵ ਅ ਰਿਕੁਐਸਟ
ਟੂ ਦਾ ਇਤਿਹਾਦ 에ਅਰਲਾਈਨਸ ਕਿ ਮੇਰੀ ਜਿਹੜੀ ਹੈਗੀ ਹੈ ਫਲਾਈਟ ਹੈ ਡਿਊ ਟੂ ਦੈਟ ਰੀਜ਼ਨ ਕਿ ਮੇਰਾ ਪਾਸਪੋਰਟ ਮਿਸਪਲੇਸ ਹੋ ਗਿਆ, ਤੁਸੀਂ ਰੀਸ਼ੈਡਿਊਲ ਕਰ ਦਿਓ। ਇਹ ਮਤਲਬ ਰਿਸ਼ਵ ਨੇ 에ਅਰਲਾਈਨ ਨੂੰ ਰਿਕੁਐਸਟ ਕੀਤੀ ਅਮਰੀਕਾ ਤੋਂ, ਅਮਰੀਕਾ 'ਚ ਜੀ, ਪਰ ਉਹਨਾਂ ਨੇ ਉਸ ਦਾ ਕੋਈ ਵੀ ਢੁਕਵਾਂ ਜਵਾਬ ਉਹਨਾਂ ਨੂੰ ਨਹੀਂ ਦਿੱਤਾ ਤੇ ਅਲਟੀਮੇਟਲੀ ਉਹਨਾਂ ਨੂੰ ਕਿਹਾ ਕਿ ਤੁਸੀਂ ਯੂ ਕੰਟੈਕਟ ਯਾਤਰਾ ਆਨਲਾਈਨ, ਕਿਉਂਕਿ ਉਹਨਾਂ ਨੂੰ ਥਰੂ ਤੁਸੀਂ ਬੁੱਕ ਕਰਾਈ ਹੈ। ਮਤਲਬ ਤੁਸੀਂ 에ਅਰਲਾਈਨ ਤੋਂ ਡਾਇਰੈਕਟ ਨਹੀਂ ਗਏ। ਦੋਸਤੋ ਪਹਿਲਾ ਪੁਆਇੰਟ ਇੱਕ ਨੋਟ ਕਰੋ, ਜਿਹੜਾ ਵਕੀਲ ਸਾਹਿਬ ਨੇ ਗੱਲ ਦੱਸੀ ਹੈ, 에ਅਰਲਾਈਨ ਦੀ ਟਿਕਟ ਤੁਸੀਂ ਅਗਰ ਬਾਹਰੋਂ ਕਰਾਉਂਦੇ ਹੋ ਕਿਸੇ ਵੀ ਇੱਕ ਟਰੈਵਲ ਏਜੰਟ, ਉਹਨਾਂ ਦੇ ਆਥੋਰਾਈਜ਼ ਏਜੰਟ ਦੇ ਕੋਲੋਂ ਜਾਂ ਕਿਸੇ ਆਨਲਾਈਨ ਪੋਰਟਲ ਤੋਂ, ਤੇ ਤੁਹਾਡੀ ਗੱਲ ਕੋਈ ਪਰੇਸ਼ਾਨੀ ਆਉਂਦੀ ਹੈ ਤੇ 에ਅਰਲਾਈਨ ਸਿੱਧਾ ਤੁਹਾਨੂੰ ਇਹ ਕਹਿ ਸਕਦੀ ਹੈ ਵੀ ਕਿਉਂਕਿ ਤੁਸੀਂ ਜਿੱਥੋਂ ਟਿਕਟ ਬੁੱਕ ਕਰਾਈ ਸੀ ਉੱਥੇ ਗੱਲ ਕਰੋ, ਸਾਡਾ ਇਹਦੇ ਨਾਲ ਸਿੱਧੇ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਜਿਹੜੀ ਇਹ ਟਿਕਟ ਮੇਰੇ ਕਲਾਇੰਟ ਨੇ ਬੁੱਕ ਕਰਵਾਈ ਸੀਗੀ ਉਹ ਦੈਟ ਵਾਸ ਅਰਾਊਂਡ 64000 ਸਮਥਿੰਗ ਸੀਗੀ ਐਟ ਦੈਟ ਅਮਾਉਂਟ, ਰਿਟਰਨ ਟਿਕਟ ਸੀਗੀ। ਪਰ ਜਦੋਂ ਮੇਰੇ ਕਲਾਇੰਟ ਨੇ ਯਾਤਰਾ ਵਾਲਿਆਂ ਨੂੰ ਇਸ ਬਾਰੇ ਅਪਰੋਚ ਕੀਤਾ ਕਿ ਮੇਰਾ ਇਹ ਪ੍ਰੋਬਲਮ ਹੈ, ਤੁਸੀਂ ਮੇਰੀ ਟਿਕਟ ਰੀਸ਼ੈਡਿਊਲ ਕਰ ਦਿਓ, ਦੈਨ ਦੇ ਸਟਾਰਟਡ ਅ ਵੈਰੀ ਹੈਵੀ ਅਮਾਉਂਟ ਫਰਮ them। ਉਹਨਾਂ ਨੇ ਕਹਿਤਾ ਕਿ ਤੁਸੀਂ ਇਹਦੇ ਅਗੇਂਸਟ ਅਗਰ ਰੀਸ਼ੈਡਿਊਲਿੰਗ ਐਟ ਦਿਸ ਸਟੇਜ ਕਰਵਾਣੀ ਹੈ ਦੈਨ ਯੂ ਹੈਵ ਟੂ ਪੇ 79000 ਪਲੱਸ 15000 ਦੇਅਰ ਐਕਸਟਰਾ ਚਾਰजेस। ਨਹੀਂ ਮਤਲਬ ਤੁਹਾਡਾ ਮਤਲਬ ਹੋ ਗਿਆ ਲਗਭਗ 90000 ਰੁਪਇਆ ਜਿਹੜਾ ਉਹਨਾਂ ਨੇ ਮੰਗਿਆ, 95,000 ਲੱਖ ਰੁਪਏ ਦੇ ਕਰੀਬ ਹੋ ਗਿਆ। 84,000 ਰੁਪਏ ਉਹਨਾਂ ਨੇ ਹੋਰ ਮੰਗਿਆ ਕਿ ਅਗਰ ਤੁਸੀਂ ਰੀਸ਼ੈਡਿਊਲਿੰਗ ਕਰਾਣੀ ਹੈ ਜੀ। ਦੈਟ ਵਾਸ ਵੈਰੀ ਸਰਪ੍ਰਾਈਜ਼ ਟੂ ਮਾਈ ਕਲਾਇੰਟ ਕਿ ਉਹਨਾਂ ਨੇ ਕਿਹਾ ਕਿ ਇੰਨੀ ਅਮਾਉਂਟ ਦੇ ਵਿੱਚ ਐਟ ਦੈਟ ਟਾਈਮ ਅਗਰ ਉਹ ਫਰੈਸ਼ ਟਿਕਟ ਲੈ ਕੇ ਇੰਡੀਆ ਆ ਵੀ ਜਾਂਦੇ ਤੇ ਉਹ 40,000 ਅਰਾਊਂਡ ਉਹਨਾਂ ਨੂੰ ਟਿਕਟ ਅਵੇਲੇਬਲ ਸੀਗੀ ਉੱਥੇ। ਸੋ ਉਹਨਾਂ ਨੇ ਉਹ ਡਿਊ ਟੂ ਦੈਟ ਅਨਫੇਅਰ ਪ੍ਰੈਕਟਿਸ ਡਨ ਬਾਈ ਦਾ ਦੈਟ ਯਾਤਰਾ ਆਨਲਾਈਨ ਕੰਪਨੀ, ਤੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਹੁਣ ਪੋਸੀਬਲ ਨਹੀਂ ਹੈ ਕਿ ਮੈਂ 40,000 ਫਰੈਸ਼ ਟਿਕਟ ਲੈ ਕੇ ਆ ਸਕਦਾ ਇੰਡੀਆ ਤੇ ਮੈਂ 80,000 ਤੁਹਾਨੂੰ ਇਸ ਦਾ ਕਿਉਂ ਦਵਾਂ। ਜੀ ਜੀ। ਬਟ ਦੇ ਹੈਵ ਨਾਟ ਗਿਵਨ ਐਨੀ ਸੈਟੀਸਫੈਕਟਰੀ ਰਿਪਲਾਈ। ਸੋ ਅਲਟੀਮੇਟਲੀ ਮੇਰਾ ਜਿਹੜਾ ਫਲਾਈਟ ਸੀਗੀ ਦੈਟ ਵਾਸ ਮਿਸਡ ਜੀ, ਕਿਉਂਕਿ ਮੇਰਾ ਉਹ ਪਾਸਪੋਰਟ ਨਹੀਂ ਸੀਗਾ। ਦੈਨ ਮੇਰੇ ਕਲਾਇੰਟ ਨੇ ਇੱਕ ਰਿਕੁਐਸਟ ਕੀਤੀ ਇਤਿਹਾਦ ਵਾਲਿਆਂ ਨੂੰ ਕਿ ਜਿਹੜੀ ਮੇਰੀ ਰਿਟਰਨ ਟਿਕਟ ਹੈ ਉਹਨੂੰ ਰਿਟੇਨ ਕਰ ਲਿਆ ਜਾਵੇ, ਕਿਉਂਕਿ ਮੈਂ ਇਸ ਪ੍ਰੋਬਲਮ ਕਰਕੇ ਆਪਣੀ ਜਿਹੜੀ ਫਲਾਈਟ ਨਹੀਂ ਲੈ ਸਕਿਆ। ਪਰ ਇਤਿਹਾਦ ਵਾਲਿਆਂ ਨੇ ਉਹਦਾ ਵੀ ਕੋਈ ਰਿਪਲਾਈ ਸਾਨੂੰ ਨਹੀਂ ਦਿੱਤਾ। ਦੈਨ ਉਹਨਾਂ ਨੇ ਇੱਕ ਲੀਗਲ ਨੋਟਿਸ ਕੱਢਿਆ ਸੀਗਾ ਇਤਿਹਾਦ ਵਾਲਿਆਂ ਨੂੰ, ਉਹਦੇ 'ਚ ਵੀ ਰਿਕੁਐਸਟ ਕੀਤੀ ਸੀਗੀ ਕਿ ਮੇਰੀ ਕਲਾਇੰਟ ਦੀ ਜਿਹੜੀ ਰਿਟਰਨ ਟਿਕਟ ਹੈ ਐਟਲੀਸਟ ਉਹ ਰਿਟੇਨ ਕਰ ਲਈ ਜਾਵੇ ਜੀ, ਕਿ ਉਹ ਜਿਹੜੀ ਤੁਹਾਡੀ ਆਉਣ ਵਾਲੀ ਟਿਕਟ ਤੇ ਨਹੀਂ ਟਰੈਵਲ ਕਰ ਸਕਿਆ, ਤੇ ਉਹਨਾਂ ਨੂੰ ਰਿਕੁਐਸਟ ਕੀਤੀ। ਪਰ ਉਹਨਾਂ ਨੇ ਇਵਨ ਦੈਨ ਦੇ ਹੈਵ ਨਾਟ ਗਿਵਨ ਐਨੀ ਪ੍ਰੋਪਰ ਰਿਪਲਾਈ, ਰਾਦਰ ਗੇਵ ਦਾ ਰਿਪਲਾਈ ਕਿ ਆਪਾਂ ਤੁਹਾਡੀ ਟਿਕਟ ਕੈਨਸਲ ਕਰਤੀ ਹੈ ਬਿਕੋਜ਼ ਇਟ ਵਾਸ ਅ ਨੋ ਸ਼ੋ, ਤੁਸੀਂ ਜਾਣ ਵਾਲੀ ਟਿਕਟ ਤੇ ਨਹੀਂ ਟਰੈਵਲ ਕਰ ਸਕੇ, ਇਸ ਕਰਕੇ ਤੁਹਾਡੀ ਰਿਟਰਨ ਟਿਕਟ ਵੀ ਆਟੋਮੈਟਿਕਲੀ ਕੈਨਸਲ ਬਣੀ ਜਾਂਦੀ ਹੈ ਤੇ ਤੁਹਾਨੂੰ ਕੋਈ ਵੀ ਰਿਫੰਡ ਆਪਾਂ ਨਹੀਂ ਅਮਾਉਂਟ ਕਰਨੀ ਹੈ। ਦਿਸ ਇਜ਼ ਦਾ ਮੇਨ ਅਨਫੇਅਰ ਪ੍ਰੈਕਟਿਸ ਡਨ ਬਾਈ ਬੋਥ ਦਾ ਕੰਪਨੀਜ਼ ਕਿ ਇਹਨਾਂ ਦੀ 에ਅਰਲਾਈਨਸ ਵਾਲਿਆਂ ਨੇ ਇੱਕ ਮੋਨੋਪੋਲੀ ਬਣਾਈ ਹੋਈ ਹੈ ਕਿ ਅਗਰ ਕੋਈ ਬੰਦਾ ਅਨਫੋਰਚੂਨੇਟਲੀ ਇੱਕ ਜਾਣ ਵਾਲੀ ਟਿਕਟ ਤੇ ਟਰੈਵਲ ਨਹੀਂ ਕਰ ਸਕਦਾ ਜਾਂ ਕਿਸੇ ਨੂੰ ਮਿਸ ਹੋ ਜਾਂਦੀ ਹੈ ਤੇ ਆਟੋਮੈਟਿਕਲੀ ਦੇ ਸਾਈਡ ਕਿ ਉਹਨਾਂ ਦਾ ਜਿਹੜਾ ਰਿਟਰਨ ਟਿਕਟ ਹੈ ਉਹ ਵੀ ਕੈਨਸਲ ਮੰਨੀ ਜਾਏਗੀ, ਤੁਹਾਨੂੰ ਉਸ ਤੇ ਟਰੈਵਲ ਕਰਨ ਦਾ ਕੋਈ ਹੱਕ ਨਹੀਂ ਹੈ। ਅਗਰ ਤੁਸੀਂ ਸੈਕੰਡ ਫਲਾਈਟ ਲੈ ਕੇ ਆ ਵੀ ਜਾਂਦੇ ਹੋ ਤੁਹਾਨੂੰ ਦੇ ਵਿਲ ਨਾਟ ਅਲਾਉ ਟੂ ਯੂਜ਼ ਦੈਟ ਟਿਕਟ, ਰਿਟਰਨ ਟਿਕਟ, ਮਤਲਬ ਯੂ ਹੈਵ ਟੂ ਪੇ ਐਕਸਟਰਾ। ਹਾਂ, ਦੇ ਹੈਵ ਟੂ ਪਰਚੇਜ਼ ਅਨਦਰ ਟਿਕਟ, ਬਟ ਕਿਉਂਕਿ ਉਹ ਕੰਨਾਂ ਦਾ ਇਹ ਵਰਜਨ ਹੈ ਕਿ ਇੱਕ PNR ਨੰਬਰ ਆਪਾਂ ਤੁਹਾਨੂੰ ਇਸ਼ੂ ਕੀਤਾ, ਵਾਂਸ ਤੁਸੀਂ ਟਰੈਵਲ ਨਹੀਂ ਕਰ ਸਕੇ, ਤੁਹਾਡਾ PNR ਮੈਂ ਕੈਨਸਲ ਹੋ ਗਿਆ, ਇਸ ਕਰਕੇ ਤੁਸੀਂ ਉਸ ਟਿਕਟ ਤੇ ਰਿਟਰਨ ਵੀ ਨਹੀਂ ਆ ਸਕਦੇ। ਜੀ ਜੀ। ਦੈਟ ਇਜ਼ ਵਾਈ ਉਹ ਸਾਰੀ ਗ੍ਰੀਵੈਂਸ ਲੈ ਕੇ ਆਪਾਂ ਕੰਜ਼ਿਊਮਰ ਕੋਰਟ ਦਾ ਜਿਹੜਾ ਫੋਰਮ ਹੈ ਉੱਥੇ ਕਮਿਸ਼ਨ ਦੇ ਕੋ ਜਾ ਕੇ ਆਪਾਂ ਉਹਨਾਂ ਦਾ ਜਸਟਿਸ ਲਈ ਅਪਲਾਈ ਕੀਤਾ, ਉਹਨਾਂ ਦਾ ਕੇਸ ਫਾਈਲ ਕੀਤਾ ਜੀ। ਫਿਰ ਇਹ ਹੌਟਲੀ ਕੰਟੈਸਟ ਹੋਇਆ, ਉਹਨਾਂ ਦੇ ਵੀ ਐਡਵੋਕੇਟ ਸਾਹਿਬ ਆਏ ਹੈ, ਉਹਨਾਂ ਨੇ ਵੀ ਪੂਰਾ ਇਸ ਤੇ ਆਪਣਾ ਪੱਖ ਰੱਖਿਆ। ਪਰ ਅਲਟੀਮੇਟਲੀ ਕੰਜ਼ਿਊਮਰ ਕੋਰਟ ਨੇ ਜੋ ਫੈਸਲਾ ਹੁਣ ਸੁਣਾਇਆ ਹੈ ਉਹਦੇ ਵਿੱਚ ਉਹਨਾਂ ਦਾ ਸਾਡੀ ਪਟੀਸ਼ਨ ਅਲਾਉ ਕੀਤੀ ਹੈ, ਉਹਨਾਂ ਨੂੰ 10,000 ਰੁਪਇਆ ਜੁਰਮਾਨਾ ਪਲੱਸ 5,000 ਉਹਨਾਂ ਨੂੰ ਲਿਟੀਗੇਸ਼ਨ ਐਕਸਪੈਂਸਿਸ, ਪਰ ਉਸ ਤੋਂ ਇਲਾਵਾ ਜਿਹੜੀ ਟਿਕਟ ਸੀਗੀ ਉਹਦਾ ਜਿਹੜਾ ਉਹਨਾਂ ਨੇ 50% ਸਾਨੂੰ ਰਿਫੰਡ ਕਰਵਾਇਆ ਹੈ ਜੀ। ਇਹਦੇ ਵਿੱਚ ਕੰਜ਼ਿਊਮਰ ਕੋਰਟ ਨੇ ਇੱਕ ਲੈਂਡਮਾਰਕ ਜਜਮੈਂਟ ਦਿੱਤੀ ਹੈ ਕਿ ਜਿਹੜੀ ਕੰਪਨੀਜ਼ 에ਅਰਲਾਈਨ ਕੰਪਨੀ ਜਾਂ ਵੈਬ ਪੋਰਟਲ ਜਿਹੜੇ ਅਨਨੈਸੈਸਰੀ ਕੰਜ਼ਿਊਮਰ ਨੂੰ ਹਰਾਸ ਕਰਦੀ ਹੈ, ਉਹਨਾਂ ਕੋ ਇਹ ਰਾਈਟ ਹੈਗਾ ਕਿ ਤੁਸੀਂ ਯੂ ਕੈਨ ਅਪਰੋਚ ਦਾ ਕੰਜ਼ਿਊਮਰ ਕੋਰਟ ਇਨ ਦਿਸ ਰਿਗਾਰਡ। ਸੋ ਇਸ ਕਰਕੇ ਅਮਿਤ ਜੀ ਮੈਂ ਇਸ ਮਾਧਿਅਮ ਲਈ ਇਸ ਕਰਕੇ ਤੁਹਾਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਜਨਰਲ ਪਬਲਿਕ ਨੂੰ ਇਹ ਗੱਲ ਨੂੰ ਅਵੇਅਰ ਕਰਵਾਓ
ਕਿ ਜੋ 에ਅਰਲਾਈਨਸ ਆਪਣੀ ਕਹਿੰਦੇ ਨੇ ਮੋਨੋਪੋਲੀ ਕ੍ਰੀਏਟ ਕੀਤੀ ਹੋਈ ਹੈ, देयर वाज नो ਪॉलिसी ਇਨ ਦਿਸ ਰਿਗਾਰਡ। ਉਹਨਾਂ ਨੇ ਆਪਣੇ ਜਵਾਬ ਕਿਹਾ ਦਿਸ ਇਟ ਇਜ਼ ਅ ਜਰਨਲ ਪ੍ਰੈਸੀਡੈਂਟ ਹੈ ਕਿ ਅਗਰ ਆਪਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਜਾਨਵਰ ਤੇ ਸਾਡਾ ਆਪਾਂ ਆਟੋਮੈਟਿਕਲੀ ਰਿਟਰਨ ਟਿਕਟ ਤੁਹਾਨੂੰ ਨਹੀਂ ਅਲਾਉ ਕਰਾਂਗੇ। ਸੋ ਅਨੂ ਜੀ ਇੱਕ ਚੀਜ਼ ਹੋਰ ਬੜੀ ਵੱਡੀ ਜਿਹੜੀ ਗੱਲ ਤੁਹਾਡੇ ਤੋਂ ਜਿਹੜੀ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਵੀ ਇਸ ਕੇਸ ਦੇ ਵਿੱਚ ਸਭ ਤੋਂ ਪਹਿਲੇ ਤੇ ਯਾਤਰਾ ਆਨਲਾਈਨ ਕੰਪਨੀ ਦੀ ਦਾਦਾਗਿਰੀ ਮੈਂ ਕਹੂੰਗਾ ਔਰ ਬਿਲਕੁਲ ਹੀ ਅਨਐਥੀਕਲ ਪ੍ਰੈਕਟਿਸ ਜਿਹਨੂੰ ਅਨਫੇਅਰ ਟ੍ਰੇਡ ਪ੍ਰੈਕਟਿਸ ਦਾ ਨਾਂ ਤੁਹਾਡੀ ਲੀਗਲ ਟਰਮ 'ਚ ਦਿੱਤਾ ਜਾਂਦਾ ਹੈ ਵੀ ਅਗਰ ਇੱਕ ਬੰਦਾ ਕਹਿੰਦਾ ਮੇਰੀ ਟਿਕਟ ਜਿਹੜੀ ਹੈ ਉਹਦੀ ਡੇਟ ਚੇਂਜ ਕਰਨੀ ਹੈ ਕੁਝ ਚੇਂਜ ਕਰਨਾ ਚਾਹੁੰਦਾ ਮੈਂ ਰੀਸ਼ਡਿਊਲ ਕਰਾਉਣਾ ਚਾਹੁੰਦਾ ਤੇ ਇੱਕ ਟਿਕਟ ਦੀ ਕੀਮਤ ਤੋਂ ਵੀ ਦੋਗਣੀ ਕੀਮਤ ਮੰਗਦੇ ਨੇ ਵੀ ਤਾਂ ਜੋ ਵੀ ਬੰਦਾ ਜਿਹੜਾ ਹੈ ਉਹਨਾਂ ਦੇ ਕੋਲੋਂ ਟਿਕਟ ਦੁਆਰਾ ਗੱਲ ਕਰੇ ਹੀ ਨਾ, ਬਿਲਕੁਲ ਉਹ ਮੰਗ ਹੀ ਨਾ ਸਕੇ, ਇੰਨੇ ਕੁ ਪੈਸੇ ਮੰਗ ਲਓ। ਇਹਨਾਂ ਨੇ ਇਦਾਂ ਦਾ ਆਪਣਾ ਸਿਸਟਮ ਕ੍ਰੀਏਟ ਕੀਤਾ ਹੋਇਆ ਹੈ ਕਿ ਅਗਰ ਕੋਈ ਬੰਦਾ ਐਟ ਦਾ ਟਾਈਮ ਕਿਸੇ ਨੂੰ ਐਮਰਜੈਂਸੀ ਪੈ ਜਾਂਦੀ ਹੈ ਤੇ ਇਹਨਾਂ ਨੂੰ ਕੋਈ ਅਪਰੋਚ ਕਰਦਾ ਹੈ, ਦੇ ਸਟਾਰਟਡ ਮਤਲਬ ਕਿ ਆਪਣਾ ਮੋਨੋਪੋਲੀ ਕ੍ਰੀਏਟ ਕਰਕੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲੋਂ ਮੈਕਸਿਮਮ ਅਮਾਉਂਟ ਕਢਵਾਉਣਾ ਚਾਹੁੰਦੇ ਨੇ। ਤੇ ਇਹ ਗੱਲ ਹੋ ਗਈ, ਮੈਂ ਤੇ ਕਹੂੰਗਾ ਜੀ ਵੀ ਇਹ ਤੇ ਮਨੀ ਐਕਸਟੋਰਸ਼ਨ ਵਾਲਾ ਕੰਮ ਹੋ ਗਿਆ, ਵੀ ਲੋਕਾਂ ਨੂੰ ਲੁੱਟਣ ਵਾਲਾ ਕੰਮ ਹੋ ਗਿਆ, ਚੀਟ ਕਰਨ ਵਾਲਾ ਕੰਮ ਹੋ ਗਿਆ। ਦੂਸਰੀ ਜਿਹੜਾ ਇਹ ਕੰਪਨਸੇਸ਼ਨ ਈਵਨ ਕੋਰਟ ਨੇ ਜਿਹੜਾ ਗ੍ਰਾਂਟ ਕੀਤਾ ਇਹ ਦੋਵੇਂ ਕੰਪਨੀਆਂ ਨੂੰ ਲਾਇਬਲ ਇਹਦੇ ਵਿੱਚ ਕੀਤਾ ਹੈ, ਖਾਲੀ 에ਅਰਲਾਈਨ ਨੂੰ ਨਹੀਂ। ਇਹਨਾਂ ਨੇ ਯਾਤਰਾ ਨੂੰ ਇਕੁਇਵਲੈਂਟ ਉਹਨਾਂ ਨੇ ਰਿਪਲਾਈ ਦਿੱਤਾ ਸੀ ਕਿ ਸਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ, ਜੋ ਵੀ ਹੈਗੀ ਹੈ ਨੈਗਲੀਜੈਂਸ ਦੈਟ ਇਜ਼ ਔਨ ਦਾ ਪਾਰਟ ਆਫ ਇਤਿਹਾਦ। ਬਟ ਕੋਰਟ ਨੇ ਇਹੀ ਵਰਡਿਕਟ ਦਿੱਤਾ ਜਸਟ ਔਨ ਥੀਸ ਆਲ ਗਰਾਊਂਡਸ ਕਿ ਨਹੀਂ ਇਹ ਦੋਵਾਂ ਦੀ ਹੀ ਨੈਗਲੀਜੈਂਸ ਇਹਦੇ ਵਿੱਚ ਹੈਗੀ ਹੈ ਤੇ ਅਨਫੇਅਰ ਟ੍ਰੇਡ ਪ੍ਰੈਕਟਿਸ। ਮਤਲਬ ਅਨੂ ਜੀ ਗੱਲ ਹੋ ਗਈ ਕੰਪਨਸੇਸ਼ਨ ਦੋਨੋਂ ਕੰਪਨੀਆਂ ਨੇ ਇਕੁਇਵਲੈਂਟ ਦੇਣਾ ਹੈ। ਗੱਲ ਤੇ ਹੋ ਗਈ ਨਾ, ਜਦੋਂ ਪੈਸੇ ਆਉਂਦੇ ਨੇ, ਜਦੋਂ ਪ੍ਰੋਫਿਟ ਆ ਰਿਹਾ ਹੈ ਉਸ ਲਈ ਅਸੀਂ ਕੰਪਨੀ ਤੇ 에ਅਰਲਾਈਨ ਦੋਨੋਂ ਇਕੱਠੇ ਆ। ਜਦੋਂ ਕਿ ਕਲਾਇੰਟ ਦੀ ਕੋਈ ਪਰੇਸ਼ਾਨੀ ਦਾ ਆ ਜਾਏ, ਜਦੋਂ ਪੈਸੇ ਵਾਪਸ ਕਰਨ ਦੀ ਗੱਲ ਆ ਜਾਏ, ਇੱਕ ਦੂਜੇ ਤੇ ਗੱਲ ਸੁੱਟੀ ਜਾਓ। ਪਹਿਲੀ ਗੱਲ ਤੇ ਆ ਹੋ ਗਈ। ਦੂਜੀ ਗੱਲ ਜਿਹੜੀ ਇੱਕ ਬਹੁਤ ਵੱਡੀ ਗੱਲ ਉੱਭਰ ਕੇ ਸਾਹਮਣੇ ਆਈ ਹੈ, ਦੋਸਤੋ ਇਹ ਗੱਲ ਨੂੰ ਪੂਰਾ ਧਿਆਨ ਦਿਓ ਕਿਉਂਕਿ ਤੁਸੀਂ ਵੀ ਬਹੁਤ ਸਫ਼ਰ ਕਰਦੇ ਹੋ, ਬਹੁਤ ਸਾਰੇ ਲੋਕਾਂ ਨੂੰ ਪਹਿਲੀ ਵਾਰੀ ਵੀ ਸਫ਼ਰ ਕਰਦੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ 에ਅਰ ਟਿਕਟ ਦਾ ਜਾਂ 에ਅਰਲਾਈਨ ਦਾ ਜਾਂ ਟਿਕਟ ਇਸ਼ੂ ਕਰਨ ਵਾਲੀ ਕੰਪਨੀ ਦੀ ਕੀ ਰਿਸਪੌਂਸਿਬਿਲਿਟੀਜ਼ ਔਰ ਤੁਹਾਡੇ ਕੀ ਰਾਈਟਸ ਹੈਗੇ ਨੇ। ਦੇਖੋ ਇੱਕ ਬੜੀ ਗੱਲ ਸਾਫ਼ ਹੈ ਜੀ ਵੀ ਅਗਰ ਆਪਾਂ ਇੱਕ ਜਗ੍ਹਾ ਜਾ ਰਹੇ ਹਾਂ ਤੇ ਇੱਕ ਜਗ੍ਹਾ ਤੋਂ ਆ ਰਹੇ ਹਾਂ, ਇੱਕ ਜਗ੍ਹਾ ਜਾਣ ਵਾਲੀ ਫਲਾਈਟ ਸਾਡੀ ਅਲੱਗ ਹੈ, ਆਉਣ ਵਾਲੀ ਅਲੱਗ ਹੈ, ਉਹ ਦੋਨਾਂ ਨੂੰ ਮਿਲਾ ਕੇ ਸਾਡੇ ਕੋਲੋਂ ਉਹਨਾਂ ਨੇ ਫੇਅਰ ਲੈ ਲਿਆ। ਇੱਕ ਸਾਈਡ ਮੈਂ ਅਵੇਲ ਨਹੀਂ ਕੀਤੀ, ਦੂਜੀ ਮੈਂ ਅਵੇਲ ਕਰਨਾ ਚਾਹੁੰਦਾ ਸੀ, ਉਹ ਧੱਕੇ ਨਾਲ ਮੈਨੂੰ ਉਹਨਾਂ ਨੇ ਕੈਨਸਲ ਕਰਤਾ। ਪਹਿਲੀ ਜਿਹੜੀ ਸੀਗੀ ਗੱਲ ਪੋਜੀਸ਼ਨ ਜਿਹ 'ਚ ਨੋ ਸ਼ੋ ਕਹਿੰਦੇ ਨੇ, ਇੱਕ ਟਰਮ ਚੱਲਦੀ ਨੋ ਸ਼ੋ, ਵੀ ਤੁਸੀਂ ਉੱਥੇ ਨਹੀਂ ਪਹੁੰਚੇ ਏਅਰਪੋਰਟ ਤੇ, ਤੁਹਾਡੀ ਟਿਕਟ ਸੀਗੀ, ਤੁਸੀਂ ਬੋਰਡਿੰਗ ਪਾਸ ਨਹੀਂ ਇਸ਼ੂ ਕਰਾਇਆ, ਉਹ ਟਿਕਟ ਜਿਹੜੀ ਜਾਇਆ ਚਲੀ ਗਈ, ਏਅਰਲਾਈਨ ਦੀ ਉਹ ਸੀਟ ਖਾਲੀ ਚਲੀ ਗਈ। ਪਰ ਦੂਜੀ ਜਿਹੜੀ ਵਾਪਸੀ ਦੇ ਸੀਗਾ ਉਹਦੇ ਵਿੱਚ ਤੇ ਟਾਈਮ ਹੁੰਦਾ ਵਾ 2 ਦਿਨ 4 ਦਿਨ 6 ਦਿਨ 8 ਦਿਨ 10 ਦਿਨ ਮਹੀਨਾ 2 ਮਹੀਨੇ 6 ਮਹੀਨੇ ਦਾ ਟਾਈਮ ਵੀ ਹੁੰਦਾ ਟਿਕਟਾਂ ਦੇ ਵਿੱਚ ਵਾਪਸੀ ਦਾ। ਉਹ ਜਿਹੜੀ ਰਿਟੇਨ ਕਰਨਾ ਚਾਹੁੰਦਾ ਹੈ ਕਸਟਮਰ ਕੰਜ਼ਿਊਮਰ, ਉਹਨੂੰ ਉਹਦਾ ਹੱਕ ਨਹੀਂ ਦਿੱਤਾ ਜਾਂਦਾ। ਤੇ ਉਸ ਦੇ ਵੀ ਉਸ ਸੂਰਤ ਦੇ ਵਿੱਚ 에ਅਰਲਾਈਨ ਨੂੰ ਅਗਰ ਦੇਖਿਆ ਜਾਵੇ ਤੇ ਲੌਜੀਕਲੀ ਸਿਰਫ ਜਾਣ ਵਾਲੀ ਦਾ ਜਿਹੜੀ ਉਹਦੀ ਸੀਟ ਖਾਲੀ ਗਈ ਉਹਦਾ ਲਾਸ ਹੋਇਆ, ਆਉਣ ਵੇਲੇ ਤੇ ਉਹਨੇ ਉਹ ਸੀਟ ਕਿਸੇ ਹੋਰ ਨੂੰ ਵੇਚਤੀ। ਇਹਦਾ ਮਤਲਬ ਅਗਰ ਲੱਖ ਰੁਪਏ ਟਿਕਟ ਹੈ, 50,000 ਪਹਿਲੇ ਕਮਾਇਆ, 50 ਫੇਰ ਕਮਾ ਲਿਆ। ਇੱਕ ਸੀਟ ਨੂੰ 2 ਵਾਰ ਵੇਚਣ ਦਾ ਵੀ ਤੇ ਉਹਨਾਂ ਦੇ ਉੱਪਰ ਇਹ ਬੜੀ ਵੱਡੀ ਇੱਕ ਕੰਪਨੀ ਵਾਲੇ ਇਸ ਚੀਜ਼ ਨੂੰ ਮੱਦੇ ਨਜ਼ਰ ਡਬਲ ਪ੍ਰੋਫਿਟ ਲੈਂਦੇ ਆ। ਸਾਡੇ ਕਲਾਇੰਟ ਕੋਲ ਵੀ ਪੈਸੇ ਲੈ ਲਏ ਉਹ ਟਿਕਟ ਦੇ, ਅਲਟੀਮੇਟਲੀ ਸਾਨੂੰ ਕੋਈ ਰਿਫੰਡ ਨਹੀਂ, ਜਦ ਕਿ ਈਵਨ ਇਹਨਾਂ ਦਾ ਟਿਕਟ ਦੇ ਉੱਪਰ ਵੀ ਲਿਖਿਆ ਹੈ ਕਿ ਜਿਹੜੇ ਅਗਰ ਕੋਈ ਤੁਹਾਡੀ ਟਿਕਟ ਕੈਨਸਲ ਹੁੰਦੀ ਕਿਸੇ ਵੀ ਸੂਰਤ ਦੇ ਵਿੱਚ ਤੁਹਾਨੂੰ ਜਿਹੜਾ ਇਹਦਾ ਜਿਹੜੇ ਟੈਕਸਿਸ ਹੈ ਦੈਟ ਸ਼ੁੱਡ ਬੀ ਰਿਫੰਡ। ਪਰ ਇਸ ਕੇਸ ਦੇ ਵਿੱਚ ਇਹਨਾਂ ਨੇ ਉਹ ਵੀ ਰਿਫਿਊਜ਼ ਕਰਤਾ ਕਲੀਅਰਲੀ ਕੰਪਨੀ ਵਾਲਿਆਂ ਨੇ ਕਿ ਤੁਹਾਨੂੰ ਟੈਕਸਿਸ ਵੀ ਰਿਫੰਡ ਨਹੀਂ ਕਰਨੇ। ਦਿਸ ਇਜ਼ ਦਾ ਮਤਲਬ ਕਿ ਇਹਨਾਂ ਦਾ ਐਟੀਟਿਊਡ ਹੈਗੇ ਕੰਪਨੀਆਂ ਨੇ ਵੱਡੀ ਵੱਡੀ। ਕੁੱਲ ਮਿਲਾ ਕੇ ਗੱਲ ਹੋ ਗਈ ਵੀ ਇਹ 에ਅਰਲਾਈਨ ਕੰਪਨੀ ਜਾਂ ਜਿਹੜੀ ਇਹ ਟਿਕਟਿੰਗ ਕੰਪਨੀ ਸੀ ਉਹਨਾਂ ਦੀ ਦਾਦਾਗਿਰੀ ਗੁੰਡਾਗਰਦੀ ਹੋ ਗਈ ਵੀ ਅਸੀਂ ਕਸਟਮਰ ਕੋ ਪੈਸੇ ਲੈਣੇ ਆ, ਉਹਨੂੰ ਚੀਟ ਕਰਨਾ ਹੈ, ਉਹਨੂੰ ਉਹਦਾ ਬਣਦਾ ਹੱਕ ਜਿਹੜਾ ਉਹਦਾ ਰਾਈਟ ਹੈ ਉਹ ਅਸੀਂ ਉਹਨੂੰ ਡਿਨਾਈ ਕਰ ਦਿੰਦੇ ਕਿਉਂਕਿ ਜਨਰਲੀ ਪਬਲਿਕ ਨੂੰ ਇੰਨੇ ਬਾਰੇ ਅਵੇਅਰਨੈਸ ਨਹੀਂ ਹੈਗੀ ਹੈ। ਜਿੱਦਾਂ ਕੰਪਨੀ ਵਾਲੇ ਕਹਿੰਦੇ ਕਿ ਠੀਕ ਹੈ ਜੀ ਆਪਾਂ ਤੁਹਾਨੂੰ ਨਹੀਂ ਤੁਹਾਡਾ ਕਲੇਮ ਬਣਦਾ, ਅਗਲੇ ਕੋਈ ਵੀ ਕੰਜ਼ਿਊਮਰ ਆ ਉਹ ਸਾਇਲੈਂਟ ਹੋ ਕੇ ਬਹਿ ਜਾਂਦਾ ਹੈ। ਇਸ ਕਰਕੇ ਇਹ ਜਿਹੜੇ ਕੰਜ਼ਿਊਮਰ ਫੋਰਮ ਇਸੇ ਕਰਕੇ ਬਣੀਆਂ ਹੋਈਆਂ ਹੈ ਕਿ ਤੁਸੀਂ ਐਪਰੋਪਰੀਏਟ ਫੋਰਮ ਦੇ ਵਿੱਚ ਉਹਨਾਂ ਦੇ ਖਿਲਾਫ ਆਪਣਾ ਮੁਆਵਜ਼ਾ ਲੈ ਸਕਦੇ ਹੋ, ਆਪਣਾ ਹੱਕ ਹੈਗਾ ਤੁਸੀਂ ਉਹਨਾਂ ਕੋ ਕਲੇਮ ਕਰਕੇ ਲੈ ਸਕਦੇ ਹੋ। ਮਤਲਬ ਅਨੂ ਜੀ ਗੱਲ ਤੇ ਇੱਕ ਬੜੀ ਵੱਡੀ ਗੱਲ ਹੈ ਨਾ, ਤੁਸੀਂ ਬਹੁਤ ਵੱਡੀ ਗੱਲ ਕਹਿਤੀ ਹੈ। ਗੱਲਾਂ 'ਚ ਦੇਖੋ ਕਈ ਵਾਰੀ ਦੋਸਤੋ ਗੱਲ ਇਦਾਂ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਬਹੁਤ ਸਾਰੇ ਮਾਮਲੇ, ਹਜ਼ਾਰਾਂ ਸੈਂਕੜੇ ਮਾਮਲੇ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਅਸੀਂ ਆਪਣੇ ਰਾਈਟ ਲਈ ਲੜਾਈ ਨਹੀਂ ਲੜਨਾ ਚਾਹੁੰਦੇ, ਅਸੀਂ ਆਪਣਾ ਹਾਰ ਕੇ ਥੱਕ ਕੇ ਘਰ ਬਹਿ ਜਾਂਦੇ ਹਾਂ। ਜਿਹੜਾ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਹੈ, ਜਿਹੜਾ ਕਿ ਬੇਸਿਕਲੀ ਉਪਭੋਗਤਾ ਵਾਸਤੇ ਜਿਹੜਾ ਕਾਨੂੰਨ ਬਣਿਆ ਹੈ, ਕੰਜ਼ਿਊਮਰ ਦੀ ਪ੍ਰੋਟੈਕਸ਼ਨ ਵਾਸਤੇ ਕਾਨੂੰਨ ਬਣਿਆ ਹੈ, ਉਹਨੂੰ ਆਪਾਂ ਛੋਟਾ ਨਾ ਸਮਝੀਏ, ਬੜਾ ਵੱਡਾ ਕਾਨੂੰਨ ਹੈ, ਬੜਾ ਤਾਕਤਵਰ ਕਾਨੂੰਨ ਹੈ।
ਔਰ ਅਗਰ ਜਿਸ ਤਰ੍ਹਾਂ ਕਿ ਐਡਵੋਕੇਟ ਅਨੁਜ ਮਹਿਤਾ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਦੇ ਕਾਨੂੰਨ ਦਾ ਸਾਨੂੰ ਸਹਾਰਾ ਲੈ ਕੇ ਆਪਣੀ ਹੱਕੀ ਜਿਹੜੀ ਸਾਡੀ ਲੜਾਈ ਹੈ, ਜਿਹੜੀ ਸਾਡੀ ਹੱਕ ਦੀ ਆਵਾਜ਼ ਹੈ, ਉਹ ਤੋਂ ਜ਼ਰੂਰ ਬੁਲੰਦ ਕਰਨਾ ਚਾਹੀਦਾ ਹੈ। ਕਿਉਂਕਿ ਬਹੁਤ ਸਾਰੇ ਦੇਖੋ ਆਪਾਂ ਗੱਲ ਕਰੀਏ ਤੇ ਕਿਉਂਕਿ 에ਅਰਲਾਈਨਸ ਹੈ ਅੱਜ 6-6 ਮਹੀਨੇ ਪਹਿਲੇ ਟਿਕਟਾਂ ਐਡਵਾਂਸ ਬੁੱਕ ਹੋ ਜਾਂਦੀਆਂ, ਪੈਸੇ ਫੁੱਲ ਪੇਮੈਂਟ ਹੋ ਜਾਂਦੀ ਹੈ, ਉਹਨੇ ਪੈਸੇ ਦੇ ਉੱਪਰ ਉਹ ਵਿਆਜ ਵੀ ਯੂਜ਼ ਕਰਦੀਆਂ ਕੰਪਨੀਆਂ, ਪਰ ਅੱਜ ਤੱਕ ਕਦੀ ਕੰਪਨੀ ਨੇ ਪੈਸੇ ਰਿਫੰਡ ਕਰਨ ਲੱਗੇ ਨਾ ਵਿਆਜ ਦਿੱਤਾ, ਮੂਲ ਪੈਸੇ ਵੀ ਨਹੀਂ ਦਿੱਤੇ। ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਆਪਾਂ ਨੂੰ ਮੱਦੇਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ। ਆਨਲਾਈਨ ਪਲੇਟਫਾਰਮ ਚੁਣਨ ਲੱਗੇ ਬਿਲਕੁਲ ਅੰਨ੍ਹੇਵਾਹ ਅਸੀਂ ਟਿਕਟ ਬੁੱਕ ਨਾ ਕਰਾਈਏ, ਪੈਸੇ ਨਾ ਦਈਏ, ਕਿਉਂਕਿ ਜਿਸ ਤਰ੍ਹਾਂ ਇਹਨਾਂ ਦੀਆਂ ਗੱਲਾਂ ਤੋਂ ਪਤਾ ਚੱਲ ਰਿਹਾ ਵੀ ਫਿਰ ਤੇ ਸਾਨੂੰ ਵਨ ਵੇ ਟਿਕਟ ਲੈ ਕੇ ਜੇ ਸਾਨੂੰ 2000 5000 ਫਾਲਤੂ ਵੀ ਪੈਂਦੀ ਟਿਕਟ ਤੇ ਵਨ ਵੇ ਟਿਕਟ ਅਲੱਗ ਲਓ, ਵਾਪਸੀ ਦੀ ਅਲੱਗ ਲਵੋ, ਤਾਂ ਜੋ ਰਾਊਂਡ ਟ੍ਰਿਪ ਦੀ ਬਜਾਏ ਅਗਰ ਵਨ ਵੇ ਟਿਕਟ ਲੈਂਦੇ ਆ ਤਾਂ ਦੋਨੋਂ ਦੇ ਟਿਕਟਾਂ ਦੇ PNR ਅਲੱਗ ਹੋਣਗੇ, ਉਹਦੇ ਵਿੱਚ ਉਹਦੀਆਂ ਟਰਮਸ ਅਲੱਗ ਹੋਣਗੀਆਂ। ਘੱਟੋ ਘੱਟ ਤੁਹਾਡਾ ਅੱਧਾ ਪੈਸਾ ਬਚ ਸਕਦਾ ਹੈ, ਜਾਂ ਫਿਰ ਤੁਹਾਨੂੰ ਕੰਜ਼ਿਊਮਰ ਕੋਰਟ ਦੇ ਵਿੱਚ ਆਪਣੇ ਹੱਕ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਨੀ ਪਏਗੀ। ਮੈਂ ਇੱਕ ਅੰਤ ਦੇ ਵਿੱਚ ਅਨੁਜ ਜੀ ਚਾਹੁੰਦਾ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਕੋਈ ਮੈਸੇਜ ਜ਼ਰੂਰ ਦਿਓ ਬਈ ਇਹ ਤੇ ਮਾਮਲਾ ਚਲੋ ਇੱਕ 에ਅਰਲਾਈਨ ਦਾ ਜਾਂ ਟਿਕਟਿੰਗ ਏਜੰਸੀ ਦਾ ਸੀਗਾ, ਬਹੁਤ ਸਾਰੇ ਹੋਰ ਮਾਮਲੇ ਵੀ ਨੇ, ਬਹੁਤ ਸਾਰੇ ਹੋਰ ਕੇਸਿਸ ਕਈ ਤਰ੍ਹਾਂ ਦੇ ਆਉਂਦੇ, ਤੁਸੀਂ ਤਾਂ ਰੋਜ਼ ਕੋਰਟ ਦੇ ਵਿੱਚ ਇਹੋ ਜਿਹੇ ਕੇਸਿਸ ਦੇਖਦੇ ਹੋ, ਤਰ੍ਹਾਂ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਤੇ ਕੰਜ਼ਿਊਮਰ ਕੋਰਟ ਲਈ ਜਾਣ ਲਈ ਕਿਆ ਔਖਾ ਇੰਨਾ ਹੈਗਾ ਜਾਂ ਸੌਖਾ ਹੈ? ਥੋੜਾ ਜ਼ਰੂਰ ਦੱਸੋ। ਜਿਹੜਾ ਪ੍ਰੋਸੈਸ ਹੈ ਉਹ ਸਭ ਤੋਂ ਈਜ਼ੀਐਸਟ ਵੇ ਆਫ ਗੈਟਿੰਗ ਦਾ ਜਸਟਿਸ ਹੈ। ਅਗਰ ਆਪਾਂ ਸਿਵਲ ਕੋਰਟ ਕੋਈ ਵੀ ਕੇਸ ਕਰਦੇ ਆ ਇਟ ਮੇ ਟੇਕ ਟਾਈਮ, ਬਟ ਕੰਜ਼ਿਊਮਰ ਕੋਰਟ ਦਾ ਕੰਮ ਬੜਾ ਸ਼ਾਰਟ ਹੈ। ਕੰਜ਼ਿਊਮਰ ਕੋਰਟ ਤੁਸੀਂ ਆਪਣੇ ਵਕੀਲ ਰਾਹੀਂ ਜਾਂ ਕਿਸੇ ਵੀ ਫੋਰਮ ਰਾਹੀਂ ਤੁਸੀਂ ਦੀ ਡਾਇਰੈਕਟ ਅਪਰੋਚ ਕਰ ਸਕਦੇ ਹੋ। ਤੁਸੀਂ ਆਨਲਾਈਨ ਵੀ ਆਪਣੀ ਕੰਪਲੇਂਟ ਕਰ ਸਕਦੇ ਹੋ ਕੰਜ਼ਿਊਮਰ ਫੋਰਮ। ਇਦਾਂ ਦਾ ਹੁਣ ਪ੍ਰੋਵੀਜ਼ਨ ਬਣਾਤਾ ਹੈ ਕੰਜ਼ਿਊਮਰ ਕੋਰਟ ਵਾਲਿਆਂ ਨੇ ਕਿ ਤੁਸੀਂ ਡਾਇਰੈਕਟ ਆਪਣੀ ਫਾਈਲਿੰਗ ਭੇਜ ਸਕਦੇ ਹੋ। ਉਹਦੇ ਨੋਰਮਸ ਹੈਗੇ ਆ, ਜਸਟ ਉਹਦੀ ਇਹਦੇ ਵਿੱਚ ਕੋਈ ਕੋਰਟ ਫੀਸ ਵੀ ਜਿਹੜਾ ਬੜਾ ਨੋਮੀਨਲ ਲੱਗਦੀ ਹੈ, ਉਹ ਵੀ 5 ਲੱਖ ਦੇ ਉੱਪਰ ਜਿਹੜਾ ਕਲੇਮ ਹੈ, ਫਿਰ ਤੁਹਾਡਾ ਥੋੜੀ ਪੋਸਟਲ ਫੀਸ ਜਿਹੜੀ ਲੱਗਣੀ ਹੈ, ਪੋਸਟਲ ਆਰਡਰ ਲਗਾਉਣਾ ਪੈਂਦਾ, ਅਦਰਵਾਈਜ਼ ਕੋਈ ਇਹਨੇ ਜ਼ਿਆਦਾ ਉਹਦੇ ਚਾਰजेस ਵੀ ਨਹੀਂ ਲੱਗਦੇ। ਤੁਸੀਂ ਆਪਣਾ ਕੇਸ ਖੁਦ ਵੀ ਲੜ ਸਕਦੇ ਹੋ ਕੰਜ਼ਿਊਮਰ ਕੋਰਟ ਦੇ ਵਿੱਚ। ਕੰਜ਼ਿਊਮਰ ਕੋਰਟ ਦੇ ਵਿੱਚ ਕੋਈ ਐਵੀਡੈਂਸ, ਡਿਟੇਲ ਐਵੀਡੈਂਸ ਦੀ ਵੀ ਕੋਈ ਲੋੜ ਨਹੀਂ ਪੈਂਦੀ। ਕੰਜ਼ਿਊਮਰ ਕੋਰਟ ਨੇ ਜਿਹੜਾ ਫੈਸਲਾ ਸੁਣਾਉਣਾ ਹੁੰਦਾ ਹੈ ਉਹ ਤੁਹਾਡੇ ਸਿਰਫ ਡਾਕੂਮੈਂਟੇਸ਼ਨ ਤੇ ਫੈਕਟਸ ਦੇ ਕੇ ਹੀ ਸੁਣਾਉਣਾ ਦਿੰਦਾ ਹੈ। ਇਸ ਲਈ ਜਿਹੜੇ ਕੰਜ਼ਿਊਮਰ ਕੋਰਟ ਦੇ ਜੇ ਬੰਦਾ ਕੋਈ ਖੁਦ ਆਪ ਵੀ ਅਪਰੋਚ ਗਿਆ, ਜੇ ਤੁਹਾਡਾ ਕੋਈ ਰਾਈਟ ਕਿਸੇ ਵੀ ਸਟੇਜ ਤੇ ਕਿਸੇ ਵੀ ਪੁਆਇੰਟ ਦੇ ਉੱਪਰ ਤੁਹਾਡਾ ਸਫਰ ਕਰ ਰਿਹਾ ਹੈ, ਤੇ ਮੈਂ ਇਹ ਅਮਿਤ ਜੀ ਤੁਹਾਡੇ ਰਾਹੀਂ ਇਹੀ ਪਬਲਿਕ ਨੂੰ, ਜਨਰਲ ਪਬਲਿਕ ਨੂੰ ਅਵੇਅਰ ਕਰਾਉਣਾ ਚਾਹੁੰਦਾ, ਤੁਸੀਂ ਆਪਣਾ ਰਾਈਟ ਨੂੰ ਕਦੀ ਵੀ ਇਦਾਂ ਵੇਵ ਕਰਨਾ ਕਰੋ। ਤੁਸੀਂ ਆਪਣਾ ਰਾਈਟ ਨੂੰ ਐਪਰੋਪ੍ਰੀਏਟ ਫਰਮ ਜਾ ਕੇ ਅਪਰੋਚ ਕਰੋ, ਤੁਹਾਡਾ ਰਾਈਟ ਜਸਟਿਸ ਜ਼ਰੂਰ ਮਿਲੇਗਾ ਅਗਰ ਇਫ ਯੂ ਆਰ ਰਾਈਟ। ਬਿਲਕੁਲ ਠੀਕ ਜੀ। ਜਿਸ ਤਰ੍ਹਾਂ ਕਿ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਉਪਭੋਗਤਾ ਫੋਰਮ ਦਾ ਇੱਕ ਜਿਹੜਾ ਮੇਨ ਉਹਨਾਂ ਦਾ ਲੋਗੋ ਹੈ, ਮੋਟਿਵ ਹੈ, ਉਹ ਹੈਗਾ ਜਾਗੋ ਗ੍ਰਾਹਕ ਜਾਗੋ। ਸੋ ਹੁਣ ਸਮਾਂ ਆ ਗਿਆ ਦੋਸਤੋ ਤੁਹਾਡੇ ਜਾਗਣ ਦਾ, ਤਾਂ ਜੋ ਅਗਰ ਤੁਹਾਡੇ ਹੱਕ ਕੋਈ ਖੋ ਰਿਹਾ ਹੈ, ਤੁਹਾਡੇ ਕੋਈ ਜਾਇਜ਼ ਚੀਜ਼ ਜਿਹੜੀ ਹੈ ਉਹਨੂੰ ਤੁਹਾਨੂੰ ਨਹੀਂ ਦਿੱਤੀ ਜਾ ਰਹੀ, ਤੁਹਾਡੇ ਨਾਲ ਕੋਈ ਵੀ ਬੰਦਾ, ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਵੱਡੀ ਤੋਂ ਵੱਡੀ ਕੰਪਨੀ ਹੈ, ਉਹ ਤੁਹਾਡਾ ਹੱਕ ਮਾਰਦੀ ਆ ਤੇ ਤੁਸੀਂ ਉਸ ਵੇਲੇ ਜਾਗੋ ਔਰ ਕੰਜ਼ਿਊਮਰ ਕੋਰਟ ਦਾ ਸਹਾਰਾ ਲਵੋ। ਦੋਸਤੋ ਅਸੀਂ ਕੋਸ਼ਿਸ਼ ਕੀਤੀ ਵੀ ਦੋਨੋਂ ਜਿਹੜੇ ਧਿਰਾਂ ਸੀਗੀਆਂ, ਇਹਨਾਂ ਦੇ ਜਿਹੜੇ ਐਡਵੋਕੇਟ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਦਾ ਵੀ ਪੱਖ ਅਸੀਂ ਲੈ ਕੇ ਤੁਹਾਡੇ ਸਾਹਮਣੇ ਰੱਖ ਸਕੀਏ, ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਅਸੀਂ ਕਿਸੇ ਦੇ ਖਿਲਾਫ ਕੋਈ ਖਬਰ ਦਿੰਨੇ ਹਾਂ ਤੇ ਉਹਨਾਂ ਦਾ ਵੀ ਪੱਖ ਜਿਹੜਾ ਹੈ ਉਹ ਜਾਣਨਾ ਬਹੁਤ ਲਾਜ਼ਮੀ ਹੋ ਜਾਂਦਾ ਹੈ। ਦੋਸਤੋ ਇਸੇ ਕੜੀ ਦੇ ਵਿੱਚ ਅਸੀਂ ਇਤਿਹਾਦ 에ਅਰਵੇਜ਼ ਦੇ ਜਿਹੜੇ ਐਡਵੋਕੇਟ ਜਿਹੜੇ ਪੇਸ਼ ਹੋਏ ਸੀਗੇ, ਸੀਨੀਅਰ ਐਡਵੋਕੇਟ ਕੁੰਵਰ ਸੂਦ, ਉਹਨਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ, ਤੁਹਾਨੂੰ ਉਹਨਾਂ ਦਾ ਪੱਖ ਦੱਸਾਂਗੇ। ਤੇ ਆਓ ਹੁਣ ਗੱਲ ਕਰੀਏ ਐਡਵੋਕੇਟ ਕੁੰਵਰ ਸੂਦ ਦੇ ਨਾਲ ਤੇ ਜਾਣੀਏ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ। ਹੈਲੋ ਕੁੰਵਰ ਸੂਦ ਜੀ। ਹਾਂਜੀ ਸਰ। ਹਾਂਜੀ ਸਰ, ਇੱਕ ਨਾ ਤੁਹਾਡੇ ਕੋਲ ਜਾਣਕਾਰੀ ਲੈਣੀ ਸੀਗੀ ਬਈ ਜਿਸ ਤਰੀਕੇ ਇੱਕ ਨਾ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਹੋਇਆ ਸੀਗਾ ਯਾਤਰਾ ਆਨਲਾਈਨ ਪ੍ਰਾਈਵੇਟ ਲਿਮਟਿਡ ਔਰ ਇਤਿਹਾਦ 에ਅਰਲਾਈਨਸ ਦੇ ਖਿਲਾਫ। ਹਾਂਜੀ ਸਰ। ਡਿਸਟ੍ਰਿਕਟ ਕੰਜ਼ਿਊਮਰ ਕੋਰਟ ਵੱਲੋਂ ਇੱਕ ਫੈਸਲਾ ਆਇਆ ਹੈਗਾ ਵੈ, ਜਿਸ ਦੇ ਬਾਰੇ ਸਾਨੂੰ ਐਡਵੋਕੇਟ ਅਨੁਜ ਮਹਿਤਾ ਹੁਣਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਹਾਂਜੀ। ਅਨਫੇਅਰ ਟ੍ਰੇਡ ਪ੍ਰੈਕਟਿਸ ਦਾ ਦੋਸ਼ੀ ਮੰਨਦੇ ਹੋਏ ਲਗਭਗ ਉਹਨਾਂ ਨੂੰ 32,376 ਰੁਪਏ ਜਿਹੜਾ ਇੱਕ ਹਰਜਾਨਾ ਤੇ 10,000 ਰੁਪਏ ਮੈਂਟਲ ਟੈਨਸ਼ਨ ਦਾ ਤੇ 5,000 ਰੁਪਏ ਲਿਟੀਗੇਸ਼ਨ ਐਕਸਪੈਂਸਿਸ ਜਿਹੜੇ ਮਾਨਯੋਗ ਕੰਜ਼ਿਊਮਰ ਕੋਰਟ ਵੱਲੋਂ ਲਾਏ ਗਏ ਨੇ। ਹਾਂਜੀ ਤੁਸੀਂ ਇਤਿਹਾਦ 에ਅਰਲਾਈਨਸ ਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਸੀਗੇ ਤੇ ਇਹਦੇ ਵਿੱਚ ਮਾਮਲੇ 'ਚ ਆਇਆ ਵੀ ਇਤਿਹਾਦ 에ਅਰਲਾਈਨਸ ਨੇ ਜਿਹੜਾ ਇੱਕ ਵਨ ਵੇ ਟਿਕਟ ਜਿਹੜੀ ਸੀ ਜਿਹਨੂੰ ਕਿ ਰਿਟੇਨ ਕਰਨ ਨੂੰ ਕਿਹਾ ਗਿਆ, ਉਹਨੂੰ ਮਨਾ ਕਰ ਦਿੱਤਾ ਵੀ ਇਹ ਕਹਿ ਕੇ ਵੀ PNR ਨੰਬਰ 1 ਸੀ, ਇਸ ਕਰਕੇ ਉਹ ਵੀ ਕੈਂਸਲ ਹੋ ਗਈ। ਹਾਂਜੀ।
ਇਹਦੇ ਬਾਰੇ ਸਰ ਕੁਝ ਦੱਸਣਾ ਚਾਹੋਗੇ, ਕਿਉਂਕਿ ਇਤਿਹਾਦ 에ਅਰਲਾਈਨਸ ਇਜ਼ ਅ ਵੈਰੀ ਬਿਗ 에ਅਰਲਾਈਨਸ ਔਰ ਬੜਾ ਰਿਪਿਊਟਡ ਨਾਮ ਹੈ, ਫਿਰ ਇਸ ਤਰ੍ਹਾਂ ਦੇ ਅਗਰ ਇਲਜ਼ਾਮ ਲੱਗਣ ਤੇ ਲੋਕਾਂ ਦੀ ਛਵੀ ਖਰਾਬ ਹੁੰਦੀ ਹੈ। ਇਹਦੇ ਵਿੱਚ ਨਾ ਸਰ ਇਸ ਤਰ੍ਹਾਂ ਹੈਗਾ, ਪਹਿਲੇ ਤੇ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਆਪਾਂ ਜੇ ਜਜਮੈਂਟ ਨੂੰ ਇਹਨਾਂ ਪੂਰਾ ਪੜ੍ਹੀਏ ਪੂਰੇ ਧਿਆਨ ਨਾਲ, ਉਹਦੇ ਵਿੱਚ ਜਿਹੜਾ ਕਲੇਮ ਸਮੀਰ ਸਹਿਗਲ ਨਾਮ ਦੇ ਕੰਪਲੇਨੈਂਟ ਨੇ ਕੀਤਾ ਸੀਗਾ, ਉਹ ਕੋਰਟ ਨੇ ਐਕਸੈਪਟ ਨਹੀਂ ਕੀਤਾ ਪੂਰੇ ਤਰੀਕੇ ਨਾਲ, ਪਾਸ ਨਹੀਂ ਕੀਤਾ। ਹਾਂਜੀ ਹਾਂਜੀ, ਤੇ ਕੋਰਟ ਨੇ ਇਹ ਵੀ ਕਲੀਅਰਲੀ ਕਿਹਾ ਹੈ ਕਿ ਜਿਹੜਾ ਕੰਪਲੇਨੈਂਟ ਹੈਗਾ ਸਮੀਰ ਸਹਿਗਲ, ਉਹਨੇ ਨਾ ਆਪਣੀ ਟਿਕਟ ਕੈਂਸਲ ਕਰਵਾਈ ਸੀਗੀ ਜੀ, ਤੇ ਨੋ ਸ਼ੋ ਹੋਣ ਕਰਕੇ ਉਹਦੀ ਟਿਕਟ ਕੈਂਸਲ ਕਰਤੀ ਗਈ ਸੀ। ਹੁਣ ਇਹਦੇ ਵਿੱਚ ਕੁਐਸਚਨ ਸਿਰਫ ਇਹ ਆਉਂਦਾ ਹੈ ਕਿ ਕੋਰਟ ਨੇ ਇੱਕ ਉਹਨੂੰ ਪਾਰਟਲੀ ਅਲਾਉ ਕਰਦੇ ਹੋਏ ਇੱਕ ਲਿਮਿਟਡ ਜਿਹਾ ਰਿਲੀਫ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਨੂੰ 1 ਵੇ ਟਿਕਟ ਜਿਹੜੇ 50% ਅਮਾਊਂਟ ਹੈ ਉਹ ਰਿਫੰਡ ਕਰਨ ਦਾ ਆਰਡਰ ਕੀਤਾ ਉਹਨਾਂ ਨੇ। ਜੀ 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 ਜੀ। ਤੇ ਉਹਦੇ ਵਿੱਚ ਸਭ ਤੋਂ ਪਹਿਲੇ ਲੀਗਲ ਪੋਜੀਸ਼ਨ ਤੇ ਇਹ ਹੈ ਕਿ ਇਤਿਹਾਦ 에ਅਰਲਾਈਨਸ ਐਸ ਸੱਚ ਜਜਮੈਂਟ ਦੀ ਜਿਹੜੀ ਲੀਗੈਲਿਟੀ ਹੈ ਵਿਦ ਡਿਊ ਰਿਸਪੈਕਟ ਟੂ ਦੀ ਕੋਰਟ ਦੈਟ ਇਜ਼ ਨਾਟ ਕਰੈਕਟ ਜੀ। ਤੇ ਇਹਦੇ ਵਿੱਚ ਜਿਹੜਾ ਨੋ ਸ਼ੋ ਹੈ, ਕਿਉਂਕਿ ਕੋਰਟ ਨੇ ਨੋ ਸ਼ੋ ਨੂੰ ਪੂਰੀ ਤਰ੍ਹਾਂ ਨਾਲ ਸ਼ਾਇਦ ਉਹਨੂੰ ਡਿਟੇਲ ਵਿੱਚ ਜਿਹੜਾ ਲੀਗਲ ਉਹਦੀ ਇੰਪਲੀਕੇਸ਼ਨ ਹੁੰਦੀ ਹੈ। ਨੋ ਸ਼ੋ ਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਈ ਵੀ ਪੈਸੇਂਜਰ ਹੈਗਾ, ਜਦੋਂ ਉਹ ਆਪਣੀ ਜਿਹੜੀ ਡਿਪਾਰਚਰ ਵਾਲੀ ਜਗ੍ਹਾ ਹੈਗੀ ਹੈ ਉਹਦੇ ਤੇ ਰਿਪੋਰਟ ਨਹੀਂ ਕਰਦਾ, ਤੇ ਇਟ ਲੀਡਸ ਟੂ ਇਮੀਡੀਏਟ ਕੈਂਸਲੇਸ਼ਨ ਆਫ ਆਲ ਦੀ ਸਬਸੀਕੁਐਂਟ ਟਿਕਟਸ ਆਲਸੋ ਇੰਕਲੂਡਿੰਗ ਦੀ ਰਿਟਰਨ ਟਿਕਟ। ਸੋ ਉਹ ਦੈਟ ਐਸਪੈਕਟ ਹੈਜ਼ ਨਾਟ ਬੀਨ ਟੱਚਡ ਬਾਈ ਦੀ ਕੋਰਟ। ਸੋ ਅਕੋਰਡਿੰਗ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਦਿਸ ਇਜ਼ ਅ 3 ਟਾਇਰ ਸਿਸਟਮ। ਸਭ ਤੋਂ ਪਹਿਲੇ ਡਿਸਟ੍ਰਿਕਟ ਫੋਰਮ ਹੁੰਦੀ ਹੈ, ਦੂਸਰੀ ਸਟੇਟ ਹੈ, ਫਿਰ ਨੈਸ਼ਨਲ ਹੈ, ਫਿਰ ਓਬਵੀਅਸਲੀ ਸੁਪਰੀਮ ਕੋਰਟ ਵੀ ਹੁੰਦੀ ਹੈ। ਪਰ ਇਹਦੇ ਵਿੱਚ ਵੀ ਆਰ ਗੋਇੰਗ ਟੂ ਫਾਈਲ ਐਨ ਅਪੀਲ ਬਿਕੋਜ਼ ਦੋ ਉਹਨਾਂ ਨੂੰ ਬੜਾ ਲਿਮਿਟਡ ਜਿਹਾ ਰਿਲੀਫ ਦਿੱਤਾ, ਬਟ ਦੈਟ ਇਜ਼ ਆਲਸੋ ਨਾਟ ਐਜ਼ ਪਰ ਦੀ ਪੋਜੀਸ਼ਨ ਆਫ ਦੀ ਲਾਅ ਦੀ ਪੋਜੀਸ਼ਨ ਦੇ ਹਿਸਾਬ ਨਾਲ ਦਿਸ ਵਾਜ਼ ਅ ਕੇਸ ਆਫ ਨੋ ਸ਼ੋ, ਮੀਨਿੰਗ ਦੇਅਰ ਬਾਈ ਜਿਹੜਾ ਸਮੀਰ ਸਹਿਗਲ ਹੈ ਹਿਜ਼ ਟਿਕਟ ਇੰਕਲੂਡਿੰਗ ਆਲ ਦੀ ਕਨੈਕਟਡ ਰਿਟਰਨ ਟਿਕਟ ਉਹ ਕੈਂਸਲ ਹੋ ਗਈਆਂ ਸੀ ਉਸੇ ਵੇਲੇ ਜਦੋਂ ਹੀ ਕੁਡ ਨਾਟ ਰੀਚ ਦੀ 에ਅਰਪੋਰਟ। ਆਪਾਂ ਥੋੜਾ ਜਿਹਾ ਸਮਝਣਾ ਚਾਹਾਂਗੇ, ਮੈਂ ਦੱਸਣਾ ਵੀ ਚਾਹਾਂਗਾ ਕਿ ਜਿਹੜਾ ਕੰਪਲੇਨੈਂਟ ਹੈਗਾ ਇਸ ਕੇਸ, ਉਹਨੇ ਜਦ ਤੱਕ ਦੀ ਇਨੀਸ਼ੀਅਲ ਫਲਾਈਟ ਜਿਹੜੀ ਹੈ ਜਦੋਂ ਉਹ ਡਿਪਾਰਟ ਕਰ ਗਈ 에ਅਰਪੋਰਟ ਤੋਂ, ਤਦ ਤੱਕ ਉਹਨੇ ਆਪਣੀ ਟਿਕਟ ਕੈਂਸਲ ਨਹੀਂ ਕਰਵਾਈ, ਨਾ ਉਹਨੇ ਕੋਈ ਇੰਟੀਮੇਸ਼ਨ ਦਿੱਤੀ ਸੀ 에ਅਰਲਾਈਨਸ। ਮੈਂ ਸੌਰੀ ਕੁਮਰ ਜੀ, ਮੈਂ ਵਿੱਚ ਟੋਕ ਰਿਹਾ। ਜਿੱਥੋਂ ਤੱਕ ਮੇਰੀ ਜਾਣਕਾਰੀ, ਜਿੱਦਾਂ ਮੇਰੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੇ ਕਾਉਂਸਲ ਵੱਲੋਂ, ਉਹਨਾਂ ਨੇ ਕਿਹਾ ਵੀ ਉਹਨਾਂ ਵੱਲੋਂ, ਉਹਨਾਂ ਦੇ ਬੇਟੇ ਵੱਲੋਂ ਰਿਸ਼ਵ ਜੀ ਨੇ ਆਉਣਾ ਸੀ, ਉਹਨੇ 에ਅਰਲਾਈਨ ਨਾਲ ਵੀ ਗੱਲ ਕੀਤੀ, ਯਾਤਰਾ ਆਨਲਾਈਨ ਨਾਲ ਵੀ ਗੱਲ ਕੀਤੀ, ਈਮੇਲ ਵੀ ਪਾਈ ਵੀ ਮੇਰੀ ਜਿਹੜੀ ਟਿਕਟ ਹੈ ਰੀਸ਼ਡਿਊਲ ਕਰ ਦਿੱਤੀ ਜਾ। ਰੀਸ਼ਡਿਊਲ ਦਾ ਨਾ ਪ੍ਰੋਸੈਸ ਬੜਾ ਸਿੰਪਲ ਹੁੰਦਾ, ਰੀਸ਼ਡਿਊਲ ਹੈਜ਼ ਟੂ ਬੀ ਡਨ ਬਿਫੋਰ ਦੀ ਟਿਕਟ ਐਕਚੁਅਲੀ ਗੈਟਸ ਇਨਟੂ ਐਕਸ਼ਨ। ਹੁਣ ਇਸ ਦੇ ਵਿੱਚ ਕੀ ਹੋਇਆ, ਆਈ ਸਪੋਜ਼ ਦੈਟ 5 ਮਈ ਨੂੰ ਸ਼ਾਇਦ ਉਹਨਾਂ ਨੇ ਪਹਿਲੀ ਫਲਾਈਟ ਲੈਣੀ ਸੀਗੀ, ਉਹ ਉੱਥੇ ਆਈ ਨਹੀਂ। ਜਦੋਂ ਉਹਨਾਂ ਨੇ ਲੈਣੀ ਸੀ ਐਟ ਉਸ ਤਰੀਕ ਤੱਕ ਉਹਨਾਂ ਨੇ ਕੋਈ ਵੀ ਰਿਕੁਐਸਟ ਨਹੀਂ ਕੀਤੀ ਸੀਗੀ। ਇਟ ਵਾਸ ਬੇਸਿਕਲੀ ਅ ਕੇਸ ਹੀ ਡਿਡ ਨਾਟ ਅਪੀਅਰ ਔਰ ਟਰਨ ਅਪ ਇਨ ਦੀ 에ਅਰਪੋਰਟ। ਇਹ ਜਦੋਂ ਆਏ ਨਹੀਂ ਇਨੀਸ਼ੀਅਲ ਡੈਸਟੀਨੇਸ਼ਨ ਤੇ ਜਾਂ ਜਿੱਥੋਂ ਉਹਨਾਂ ਨੇ ਸਟਾਰਟ ਕਰਨੀ ਸੀ ਆਪਣੀ ਜਰਨੀ, ਸੋ ਇਮੀਡੀਏਟਲੀ ਦੈਟ ਮੀਨਸ ਨੋ ਸ਼ੋ ਐਂਡ ਆਲ ਦੀ ਸਬਸੀਕੁਐਂਟ ਟਿਕਟਸ ਆਰ ਆਲਸੋ ਕੈਂਸਲਡ। ਲਾਅ ਦੀ ਪੋਜੀਸ਼ਨ ਵੀ ਬੜੀ ਕਲੀਅਰ ਹੈ ਇਸ ਪੁਆਇੰਟ ਤੇ। ਤੇ ਉਹਦੇ ਵਿੱਚ ਬੀਇੰਗ ਅਗਰੀਵਡ ਵੀ ਆਰ ਸਰਟਨਲੀ ਗੋਇੰਗ ਟੂ ਫਾਈਲ ਐਨ ਅਪੀਲ ਕਿ ਜਿਹੜਾ ਇਹਨੂੰ ਪਾਰਟਲੀ ਵੀ ਰਿਲੀਫ ਦਿੱਤਾ ਹੈ ਉਹ ਵੀ ਦੈਟ ਇਜ਼ ਨਾਟ ਐਜ਼ ਪਰ ਦੀ ਲਾਅ। ਸੋ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ 에ਅਰਲਾਈਨ ਕਿਤੇ ਵੀ ਫਾਲਟ 'ਚ ਨਹੀਂ ਸੀ, ਔਰ ਯਾਤਰਾ ਆਨਲਾਈਨ ਬਾਰੇ ਕਿਉਂਕਿ ਤੁਸੀਂ ਇਸ ਕਰਕੇ ਨਹੀਂ ਕੋਈ ਕਮੈਂਟ ਕਰ ਪਾਓਗੇ ਸ਼ਾਇਦ ਕਿਉਂਕਿ ਤੁਸੀਂ ਉਹਨਾਂ ਵੱਲੋਂ ਰਿਪਰੈਜ਼ੈਂਟ ਨਹੀਂ ਕਰ ਰਹੇ। ਯਾਤਰਾ ਆਨਲਾਈਨ ਤੇ ਬਸ ਇੰਟਰਮੀਡੀਏਟਰੀ ਸੀਗੀ ਨਾ, ਕਿਉਂਕਿ 에ਅਰਲਾਈਨ ਜਿਹੜੀ ਟਿਕਟ ਹੈਗੀ ਹੈ ਉਹ ਯਾਤਰਾ ਆਨਲਾਈਨ ਦੇ ਥਰੂ ਜਿਹੜੀ ਆ ਬੁਕਿੰਗ ਹੋਈ ਸੀਗੀ। ਹਾਂ, ਤੇ ਇਸ ਕਰਕੇ ਸਾਡੀ ਪੋਜੀਸ਼ਨ ਬੜੀ ਕਲੀਅਰ ਹੈਗੀ ਇਹਦੇ ਵਿੱਚ, ਬਿਕੋਜ਼ ਦਿਸ ਇਜ਼ ਅ ਕੰਟਰੈਕਟ ਬਿਟਵੀਨ ਅ ਪੈਸੇਂਜਰ ਐਂਡ ਦੀ 에ਅਰਲਾਈਨ। ਉਹ ਕੰਟਰੈਕਟ ਜਿਹੜੀ 에ਅਰਲਾਈਨ ਟਿਕਟ ਹੈ, ਸ਼ਾਇਦ ਤੁਸੀਂ ਜਜਮੈਂਟ ਦੇਖਿਓਗੇ, 에ਅਰਲਾਈਨ ਟਿਕਟ ਵੀ ਦੇਖੋਗੇ, ਉਹਦੇ ਤੇ ਕਲੀਅਰਲੀ ਲਿਖਿਆ ਹੋਇਆ ਹੈ ਕਿ ਨੋ ਸ਼ੋ ਦੈਟ ਵਿਲ ਲੀਡ ਟੂ ਕੈਂਸਲੇਸ਼ਨ ਆਫ ਦੀ ਟਿਕਟ। ਤੇ ਨੋ ਸ਼ੋ ਦਾ ਮਤਲਬ ਇਹ ਹੁੰਦਾ ਕਿ ਆਲ ਦੀ ਸਬਸੀਕੁਐਂਟ ਡੈਸਟੀਨੇਸ਼ਨ ਦੇ ਲਈ ਵੀ ਟਿਕਟ ਜਿਹੜੀ ਹੈ ਦੈਟ ਸਟੈਂਡਸ ਕੈਂਸਲ। ਸਰ ਮੈਂ ਇੱਕ ਤੁਹਾਡੇ ਕੋਲੋਂ ਇੱਕ ਜ਼ਰੂਰੀ ਜਿਹੜੀ ਚੀਜ਼ ਮੈਂ ਚਾਹੁੰਦਾ ਵੀ, ਕਿਉਂਕਿ ਜਿਹੜੇ ਵੀ ਲੋਕ ਜਿਹੜੇ ਦਰਸ਼ਕ ਇਸ ਤੁਹਾਡੀ ਗੱਲ ਨੂੰ ਸੁਣ ਰਹੇ ਨੇ ਔਰ ਉਹਨਾਂ ਦੇ ਲਈ ਅਗਰ ਕੋਈ ਏਦਾਂ ਦਾ ਮੈਸੇਜ, ਜਿਹੜੇ ਕਿਉਂਕਿ 에ਅਰਲਾਈਨਸ ਤੋਂ ਟਿਕਟਸ ਲੈਂਦੇ ਨੇ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਦੇਅਰ ਵਿਲ ਬੀ ਸਮਥਿੰਗ ਲਾਈਕ, ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਸਭ ਤੋਂ ਪਹਿਲੇ ਤਾਂ ਇਹ ਕਿ ਜਦੋਂ ਵੀ ਉਹ ਟਿਕਟ ਕਰਾਉਂਦੇ ਕਿ ਟਿਕਟ ਤੇ ਪਹਿਲੇ ਆਪਾਂ ਪੂਰੀ ਤਰ੍ਹਾਂ ਪੜ੍ਹ ਲਈਏ। ਕਈ ਵਾਰ ਹੁੰਦਾ ਕਿ ਅਸੀਂ ਜਿਹੜੀ ਆਪਣੀ ਜਿਸ ਡੈਸਟੀਨੇਸ਼ਨ ਤੋਂ ਆਪਾਂ ਜਰਨੀ ਸਟਾਰਟ ਕਰਨੀ ਹੁੰਦੀ ਹੈ, ਇਫ ਵੀ ਆਰ ਨਾਟ ਏਬਲ ਟੂ ਰੀਚ ਦੇਅਰ ਐਟ ਟਾਈਮ, ਸਾਨੂੰ ਪਤਾ ਲੱਗ ਜਾਂਦਾ ਹੈ ਤੇ ਸਾਨੂੰ ਉਹ ਜਿਹੜੀ ਰਿਕੁਐਸਟ ਹੈ ਟੂ ਦੀ 에ਅਰਲਾਈਨ ਦੈਟ ਹੈਜ਼ ਟੂ ਬੀ ਮੇਡ ਵਿਦਿਨ ਟਾਈਮ। ਉਹ ਰਿਕੁਐਸਟ 에ਅਰਲਾਈਨ ਨੂੰ ਦੇਣੀ ਚਾਹੀਦੀ ਹੈ ਜਾਂ ਜਿਹਦੇ ਕੋਲ ਟਿਕਟ ਲਿੱਤੀ ਸੀ ਉਹਦੇ ਕੋਲ? 에ਅਰਲਾਈਨ ਨੂੰ ਡਾਇਰੈਕਟ ਦੇਣੀ ਚਾਹੀਦੀ ਹੈ, ਚਾਹੇ ਇਸ ਕੇਸ ਦੇ ਵਿੱਚ ਇਹਦਾ ਕੋਈ ਡਿਸਪਿਊਟ ਨਹੀਂ ਸੀਗਾ ਕਿ 에ਅਰਲਾਈਨ ਨੂੰ ਦਿੱਤੀਆਂ ਯਾਤਰਾ ਆਨਲਾਈਨ ਨੂੰ, ਲੇਕਿਨ ਉਹ 에ਅਰਲਾਈਨ ਜਿਹੜੀ ਹੈ ਉਹਨੂੰ ਡਾਇਰੈਕਟ ਇੰਟੀਮੇਸ਼ਨ ਦੇਣੀ ਚਾਹੀਦੀ ਹੈ। ਆਈਡੀਅਲੀ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਏਜੰਟ ਨੂੰ ਵੀ ਕਰਦੇ, ਏਜੰਟ ਫਿਰ ਆਪਣੇ ਐਂਡ ਤੇ 에ਅਰਲਾਈਨ ਨੂੰ ਫਿਰ ਮੇਲ ਵਗੈਰਾ ਕਰਦੇ हैं ਕੋਈ ਇੰਟੀਮੇਸ਼ਨ। ਔਰ ਅਗਰ ਇੰਟੀਮੇਸ਼ਨ ਹੋ ਜਾਂਦੀ ਹੈ ਫਿਰ ਪੈਸਿਆਂ ਦਾ ਰਿਫੰਡ ਦਾ ਹੁੰਦਾ ਜੀ ਕੁਝ ਪੋਸੀਬਿਲਿਟੀ?
ਫਿਰ ਐਜ਼ ਪਰ ਰੂਲਸ ਜਿਹੜੇ ਹੈਗੇ ਕਿ ਕਿੰਨੀ ਦੇਰ ਪਹਿਲੇ ਤੁਸੀਂ ਕਰ ਰਹੇ ਹੋ ਉਹ ਫਿਰ ਡਿਪੈਂਡ ਔਨ ਦੀ ਪਾਰਟਿਕੂਲਰ ਟਿਕਟ ਹੈ। ਪਰ ਆਬਵੀਅਸਲੀ ਜਿਹੜਾ ਟਾਈਮ ਫੈਕਟਰ ਹੈ ਉਹ ਬਹੁਤ ਇੰਪੋਰਟੈਂਟ ਹੁੰਦਾ। ਤੁਸੀਂ ਇੱਕ ਦਿਨ ਪਹਿਲੇ ਕਰ ਰਹੇ ਹੋ, 4 ਘੰਟੇ ਪਹਿਲੇ ਕਰ ਰਹੇ ਹੋ, ਇਸ ਤਰ੍ਹਾਂ ਦੀ ਕਾਫੀ ਪੋਸਿਬਿਲਿਟੀਜ਼ ਹੁੰਦੀਆਂ। ਦੈਟ ਡਿਪੈਂਡਸ ਔਨ ਦੀ ਇੰਡੀਵਿਜੂਅਲ ਕੰਟਰੈਕਟ ਜਿਹੜਾ ਹੈ। ਬਟ ਰਿਫੰਡ ਦੀ ਪੋਸਿਬਿਲਿਟੀ ਹੁੰਦੀ ਹੈ, ਰਿਫੰਡ ਦੀ ਪੋਸਿਬਿਲਿਟੀ ਹੁੰਦੀ ਹੈ, ਬਟ ਆਬਵੀਅਸਲੀ ਵਿਦ ਆਲ ਦੀ ਇਸ ਟਿਕਟ ਵਿੱਚ ਜੇ ਤੁਸੀਂ ਦੇਖੋਗੇ ਇਹਦੇ ਵਿੱਚ ਇੱਕ ਕੰਡੀਸ਼ਨ ਸੀਗੀ, ਚਾਹੇ ਕੋਰਟ ਨੇ ਉਹਨੂੰ ਪਾਰਟੀ ਰਿਲੀਜ਼ ਦਿੱਤਾ ਕਿ ਅਸੀਂ ਟੈਕਸਿਸ ਜਿਹੜੇ ਹੈਗੇ ਆ ਜੀ, ਬਿਕੋਜ਼ ਹੀ ਹੈਜ਼ ਨਾਟ ਟਰੈਵਲਡ, ਜਿਹੜੇ ਟੈਕਸਿਸ ਲਈ ਉਹਨੂੰ ਲੈਵੀ ਕੀਤੇ ਗਏ ਦੈਟ ਹੈਵ ਟੂ ਬੀ ਰਿਫੰਡਡ। ਉਹ ਅਸੀਂ ਆਫਰ ਵਗੈਰਾ ਵੀ ਸਾਰਾ ਹੋਇਆ ਸੀਗਾ, ਬਟ ਅਕੋਰਡਿੰਗਲੀ ਜਿਹੜਾ ਉਹਨੂੰ ਪਾਰਟਲੀ ਰਿਲੀਜ਼ ਵੀ ਦਿੱਤਾ ਹੈ। ਤੁਸੀਂ ਦੇਖੋਗੇ ਉਹਨੇ ਅਰਾਊਂਡ 2-2.5 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਹੋਇਆ ਸੀ। ਜੀ ਜੀ ਜੀ, ਕੋਰਟ ਨੇ ਆਈ ਥਿੰਕ ਅਬਾਊਟ 47,000 ਜਾਂ 52,000 ਦਾ ਕੀਤਾ, which is not irrespective of the amount which is involved, but this is not the correct position of the law and we are certain to file an appeal. ਜੀ ਚਲੋ, ਥੈਂਕ ਯੂ ਸੋ ਮਚ ਹੈ ਜੀ ਕੁੰਵਰ ਜੀ, ਤੁਸੀਂ ਇਹ ਬੜੀ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ, ਤਾਂ ਜੋ ਉਹਨਾਂ ਨੂੰ ਅਗਰ ਕੋਈ ਟਿਕਟ ਲੈਂਦੇ ਆ ਤੇ ਉਹਦੇ ਬਾਰੇ ਜਿਹੜੀ ਇਹੋ ਜਿਹੀਆਂ ਅਗਰ ਐਮਰਜੈਂਸੀ ਆ ਜਾਏ ਤੇ ਕੀ ਇਹਤਿਆਤ ਵਰਤਣੀ ਚਾਹੀਦੀ ਹੈ, ਤੁਸੀਂ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਰ, ਥੈਂਕ ਯੂ। ਤੁਹਾਨੂੰ ਵੀ ਅਗਰ ਲੱਗਦਾ ਹੈ ਕੋਈ ਇਹੋ ਜਿਹਾ ਮਸਲਾ ਹੈਗਾ, ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਨੀਚੇ ਦਿਖੇ ਨੰਬਰਾਂ ਦੇ ਉੱਪਰ ਤੁਸੀਂ ਸਾਂਝਾ ਕਰ ਸਕਦੇ ਹੋ। ਅਸੀਂ ਕੰਸਰਨਡ ਤੁਹਾਡਾ ਜਿਹੜਾ ਅਥਾਰਟੀਜ਼ ਤੱਕ ਉਹ ਮਾਮਲਾ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਅਗਰ ਤੁਹਾਨੂੰ ਸਾਡਾ ਵੀਡੀਓ ਅੱਛਾ ਲੱਗਿਆ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਹੌਟ ਨਿਊਜ਼ ਇੰਡੀਆ। ਨਮਸਕਾਰ।